Hello everyone, welcome to Victor's Knowledge. This is Chiru Sharma, and today I am going to share a demo lecture from Modern India History. So जो मेरा एक पेड कोर्स चल ਰਿਹਾ ਹੈ PPSC ਦੇ ਲਈ ਨਾਇਬ ਤਹਿਸੀਲਦਾਰ ਤੇ ਕੋਆਪਰੇਟਿਵ ਐਗਜ਼ਾਮ ਦਾ ਕੰਬਾਈਨਡ ਕੋਰਸ ਉਹਦੇ ਵਿੱਚੋਂ ਮਾਡਰਨ ਇੰਡੀਆ ਹਿਸਟਰੀ ਦੇ ਵਿੱਚੋਂ ਇੱਕ ਇੰਪੋਰਟੈਂਟ ਲੈਕਚਰ ਹੈ ਜਿਹਨੂੰ ਅੱਜ ਮੈਂ ਐਜ਼ ਡੈਮੋ ਲੈਕਚਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸੋ ਆਲਰੇਡੀ ਇਹ ਪੂਰਾ ਕੋਰਸ ਚੱਲ ਰਿਹਾ ਹੈ। ਸੋ ਅੱਜ ਦਾ ਆਪਣਾ ਇਹ ਲੈਕਚਰ ਹੈ ਰਾਈਜ਼ ਆਫ ਇੰਡੀਅਨ ਨੈਸ਼ਨਲ ਮੂਵਮੈਂਟ। ਦੇਸ਼ ਦੇ ਵਿੱਚ ਜਦੋਂ ਆਜ਼ਾਦੀ ਲੈਣ ਦੀ ਲੜਾਈ ਦੀ ਸ਼ੁਰੂਆਤ ਹੋਈ, ਨੈਸ਼ਨਲਿਜ਼ਮ ਦੀ ਸਟਾਰਟ ਹੋਈ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬਰਥ ਆਫ ਇੰਡੀਅਨ ਨੈਸ਼ਨਲ ਕਾਂਗਰਸ ਪੜਾਂਗੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਡ ਕਰਾਂਗੇ 1919 ਵਾਲੇ ਇੰਪੋਰਟੈਂਟ ਰਿਫਾਰਮਸ ਦੇ ਨਾਲ। ਸੋ ਜਿਹੜਾ ਇਹ ਇੰਪੋਰਟੈਂਟ ਪਾਰਟ ਹੈ ਇਹਦੇ ਵਿੱਚ ਆਪਾਂ ਨੇ 1885 ਤੋਂ 1919 ਦਾ ਟਾਈਮ ਪੀਰੀਅਡ ਪੜ੍ਹਨਾ ਹੈ, ਜਿਹਨੂੰ ਆਪਾਂ ਮੋਡਰੇਟ ਫੇਜ਼ ਵੀ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਵਾਲਾ ਜਿਹੜਾ ਸਮਾਂ ਹੈ ਉਹਨੂੰ ਪੜ੍ਹਨਾ ਆਪਾਂ ਨੇ ਗਾਂਧੀਅਨ ਐਰਾ ਦੇ ਅੰਦਰ, ਜੋ paid course ਦੇ ਵਿੱਚ ਆਪਣਾ next lecture ਹੋਊਗਾ। So now let's get started. So before moving further, I want to share something important with you guys. So as I have already told you so many times, so again I am sharing this thing. I have specially launched 5 complete mock tests for ਨਾਇਬ ਤਹਿਸੀਲਦਾਰ exam ਤੇ ਨਾਲ ਹੀ ਜਿਹੜੇ notes ਨੇ, ਟੈਸਟ ਨੇ ਜਾਂ ਫਿਰ ਵੀਡੀਓ ਦਾ crash course ਹੈ, ਵੀਡੀਓ ਲੈਕਚਰਸ ਨੇ, ਇਹ ਨਾਇਬ ਤਹਿਸੀਲਦਾਰ ਤੇ ਕੋਆਪਰੇਟਿਵ ਦੋਨੋਂ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ। ਇਹਦੇ ਅੰਦਰ ਤੁਹਾਡਾ ਜਨਰਲ ਸਟੱਡੀਜ਼ ਪੂਰੀ ਤਰ੍ਹਾਂ ਕਵਰ ਹੋ ਜਾਊਗਾ। ਤੁਹਾਨੂੰ ਡੀਟੇਲਡ MCQ ਜਿਹੜੇ ਉਹ ਮਿਲ ਰਹੇ ਨੇ, ਕਰੰਟ ਅਫੇਅਰ ਮਿਲ ਰਹੇ ਨੇ MCQ ਦੀ ਫਾਰਮ ਦੇ ਵਿੱਚ, ਡੀਟੇਲਡ ਫਾਰਮ ਦੇ ਵਿੱਚ, ਨਾਲ ਹੀ ਕਰੰਟ ਇਸ਼ੂਜ਼ ਵੀ ਡਿਸਕਸ ਕੀਤੇ ਜਾ ਰਹੇ ਨੇ ਅਲੱਗ-ਅਲੱਗ ਸਬਜੈਕਟਸ ਦੇ ਨਾਲ। ਸੋ ਇਟਸ ਅਪ ਟੂ ਯੂ, ਤੁਸੀਂ ਇਕੱਲੇ ਮੌਕ ਟੈਸਟ ਵੀ ਖਰੀਦ ਸਕਦੇ ਹੋ, ਤੁਸੀਂ ਇਕੱਲੇ ਜੇ ਨੋਟਸ ਲੈਣੇ ਨੇ ਤਾਂ ਉਹ ਵੀ ਲੈ ਸਕਦੇ ਹੋ। ਜੇ ਤੁਸੀਂ ਪੂਰਾ ਕ੍ਰੈਸ਼ ਕੋਰਸ ਖਰੀਦਣਾ ਹੈ ਜਿਹਦੇ ਵਿੱਚ ਟੈਸਟ, ਨੋਟਸ, ਵੀਡੀਓ ਲੈਕਚਰਸ, ਤਾਂ ਤੁਸੀਂ ਇਹ ਵੀ ਖਰੀਦ ਸਕਦੇ ਹੋ। ਤੇ ਜੇ ਤੁਸੀਂ ਕੋਈ ਹੋਰ ਤੁਹਾਨੂੰ ਕੁਐਰੀ ਹੈ, ਕੋਈ ਹੋਰ ਤੁਸੀਂ ਡੀਟੇਲ ਜਾਣਨੀ ਹੈ ਜਾਂ ਫਿਰ ਇਹਨਾਂ ਨੂੰ ਬਾਏ ਕਰਨਾ ਹੈ, ਤਾਂ ਤੁਸੀਂ ਈਮੇਲ ਭੇਜ ਸਕਦੇ ਹੋ ਇਸ ਬਿਲੋ ਮੈਂਸ਼ਨਡ ਈਮੇਲ ਉੱਤੇ, ਜਾਂ ਫਿਰ ਤੁਸੀਂ ਇੰਸਟਾਗ੍ਰਾਮ ਉੱਤੇ ਵਿਕਟਰਸ ਨੌਲੇਜ ਪੇਜ ਹੈ ਉਹਨੂੰ ਫੋਲੋ ਕਰਕੇ ਉੱਥੇ ਡਾਇਰੈਕਟ ਮੈਸੇਜ ਭੇਜ ਸਕਦੇ ਹੋ। ਜੇ ਤੁਸੀਂ ਇਕੱਲੇ ਵੀਡੀਓ ਲੈਕਚਰ ਖਰੀਦਣੇ ਨੇ ਬਿਨਾਂ ਟੈਸਟ ਤੇ ਨੋਟਸ ਤੋਂ, ਤਾਂ ਤੁਸੀਂ ਇਕੱਲੇ ਵੀਡੀਓ ਲੈਕਚਰ ਵੀ ਖਰੀਦ ਸਕਦੇ ਹੋ। ਸੋ ਇੰਡੀਅਨ ਨੈਸ਼ਨਲਿਜ਼ਮ, ਜਦੋਂ ਆਪਣੇ ਦੇਸ਼ ਦੇ ਅੰਦਰ ਇੱਕ ਆਜ਼ਾਦੀ ਦੀ ਲਹਿਰ ਛਿੜੀ, ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਦੇਸ਼ ਭਗਤੀ ਸਟਾਰਟ ਹੋਈ, ਉਹਦੇ ਪਿੱਛੇ ਕੁਝ ਕਾਰਨ ਸੀ। ਸਭ ਤੋਂ ਪਹਿਲਾ ਕਾਰਨ ਸੀ ਮੇਜਰ ਫੈਕਟਰ ਰਿਸਪੌਂਸਿਬਲ ਫॉर ਗਰੋਥ ਆਫ ਇੰਡੀਅਨ ਨੈਸ਼ਨਲਿਜ਼ਮ। ਇਹਦੇ ਅੰਦਰ ਸਭ ਤੋਂ ਪਹਿਲਾ ਕਾਰਨ ਆਉਂਦਾ ਟਰਾਂਸਪੋਰਟ ਤੇ ਕਮਿਊਨੀਕੇਸ਼ਨ ਦਾ ਵਧਣਾ। ਜਦੋਂ ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ ਅੰਗਰੇਜ਼ਾਂ ਦੇ ਰਾਜ ਸਮੇਂ ਇਹ ਡਿਵੈਲਪ ਹੋਣ ਲੱਗ ਗਿਆ, ਉਹਦੇ ਨਾਲ ਇਹਦੇ ਪੋਜ਼ਿਟਿਵ ਇਫੈਕਟ ਤਾਂ ਦੇਖੇ, ਪਰ ਆਪਣੇ ਦੇਸ਼ ਦੇ ਲੋਕਾਂ ਨੂੰ ਇਹਦੇ ਨੈਗੇਟਿਵ ਇਫੈਕਟ ਜ਼ਿਆਦਾ ਦੇਖਣ ਨੂੰ ਮਿਲ ਰਹੇ ਸੀ। ਲੋਕਾਂ ਨੂੰ ਲੱਗ ਰਿਹਾ ਸੀ ਕਿ ਜਿਹੜੇ ਵੈਸਟਰਨ ਕਲਚਰ ਹੈ ਉਹਦਾ ਸਾਡੇ ਇੰਡੀਅਨ ਕਲਚਰ ਨੂੰ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ, ਜੋ ਆਪਣੇ ਦੇਸ਼ ਦਾ ਟ੍ਰੈਡੀਸ਼ਨ ਹੈ ਉਹਦੇ ਉੱਤੇ ਹਾਵੀ ਪੈ ਰਿਹਾ। ਦੈਨ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਮਿਡਲ ਕਲਾਸ ਇੰਟੈਲੀਜੈਂਸੀਆ ਦਾ ਰਾਈਜ਼ ਹੋਣਾ। ਜਿਹੜੇ ਮਿਡਲ ਕਲਾਸ ਪੜ੍ਹੇ ਲਿਖੇ ਐਜੂਕੇਟਿਡ ਲੋਕ ਸੀ, ਹੁਣ ਉਹਨਾਂ ਨੂੰ ਵੀ ਜਾਗਰੂਕਤਾ ਹੋਣ ਲੱਗ ਗਈ ਸੀ ਕਿ ਜਿਹੜੇ ਅੰਗਰੇਜ਼ ਨੇ ਉਹ ਸਾਡੇ ਹਿੱਤ ਦੀ ਗੱਲ ਨਹੀਂ ਕਰ ਰਹੇ, ਉਹ ਸਾਡੇ ਅਗੇਂਸਟ ਗੱਲ ਕਰ ਰਹੇ ਨੇ, ਉਹ ਸਾਡੇ ਦੇਸ਼ ਦੇ ਉੱਤੇ ਆਪਣਾ ਕੰਟਰੋਲ ਕਰਨਾ ਚਾਹੁੰਦੇ ਹੈ। ਨੈਕਸਟ, ਅੰਡਰਸਟੈਂਡਿੰਗ ਆਫ ਕੰਟਰਾਡਿਕਸ਼ਨ ਇਨ ਇੰਡੀਅਨ ਐਂਡ ਕਲੋਨੀਅਲ ਇੰਟਰਸਟ। ਲੋਕਾਂ ਨੂੰ ਪਤਾ ਚੱਲ ਗਿਆ ਸੀ ਕਿ ਜਿਹੜੇ ਅੰਗਰੇਜ਼ਾਂ ਦਾ ਇੰਟਰਸਟ ਹੈ ਤੇ ਆਪਣਾ ਇੰਡੀਅਨ ਇੰਟਰਸਟ ਹੈ ਉਹ ਕਦੇ ਵੀ ਆਪਸ ਦੇ ਵਿੱਚ ਮੇਲ ਨਹੀਂ ਖਾ ਸਕਦਾ। ਸੋ ਉਹਦੇ ਵਿੱਚ ਇੱਕ ਕੰਟਰਾਡਿਕਸ਼ਨ ਹੈ, ਆਪਸ ਦੇ ਵਿੱਚ ਇੱਕ ਡਿਫਰੈਂਸ ਹੈ। ਦੈਨ ਲੋਕਾਂ ਨੂੰ ਜਿਹੜਾ ਆਪਣਾ ਇੰਡੀਆ ਦਾ ਗਲੋਰੀਅਸ ਪਾਸਟ ਰਿਹਾ, ਜੋ ਹਿਸਟਰੀ ਰਹੀ ਹੈ, ਉਹਦੇ ਬਾਰੇ ਦੁਬਾਰਾ ਤੋਂ ਅਵੇਅਰਨੈਸ ਆਉਣੀ ਸ਼ੁਰੂ ਹੋ ਗਈ। ਲੋਕਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਇੱਕ ਤਰ੍ਹਾਂ ਨਾਲ ਰੀਡਿਸਕਵਰੀ ਕੀਤੀ ਆਪਣੇ ਹਿਸਟੋਰੀਕਲ ਰਿਸਰਚਸ ਕਰਕੇ ਕਿ ਜਿਹੜਾ ਆਪਣਾ ਦੇਸ਼ ਹੈ ਇਹ ਕਦੇ ਵੀ ਕਿਸੇ ਦੀ ਗੁਲਾਮੀ ਕਰਨ ਲਈ ਨਹੀਂ ਬਣਿਆ। ਦੈਨ ਪ੍ਰੋਗਰੈਸਿਵ ਕਰੈਕਟਰ, ਬਹੁਤ ਸਾਰੀਆਂ ਅਲੱਗ-ਅਲੱਗ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਹੋਈਆਂ ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ। ਦੈਨ ਰਿਵੋਲਟ ਆਫ 1857, ਇਹਦੇ ਨਾਲ ਬਹੁਤ ਜਗ੍ਹਾ ਦੇ ਉੱਤੇ ਨੁਕਸਾਨ ਦੇਖਣ ਨੂੰ ਮਿਲਿਆ। ਬਾਕੀ ਜਿਵੇਂ ਕਿ ਮਿਊਟੀਨੀਜ਼ ਹੋਈਆਂ, ਜਿਹੜਾ ਬੈਰਕਪੁਰ ਵਾਲਾ ਇੰਸੀਡੈਂਟ ਹੈ ਮੇਰਠ ਦਾ, ਉਸ ਤੋਂ ਬਾਅਦ ਰਾਣੀ ਝਾਂਸੀ ਵਾਲਾ ਇੰਸੀਡੈਂਟ ਹੈ। ਸੋ ਇਸ ਤਰ੍ਹਾਂ ਦੇ 2-3 ਜਿਹੜੇ ਇੰਸੀਡੈਂਟ ਸੀਗੇ ਉਹਨਾਂ ਨੇ ਲੋਕਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਗਹਿਰਾ ਅਸਰ ਕੀਤਾ। ਦੈਨ ਲਿਟਰੇਚਰ, ਪ੍ਰੈਸ, ਨਿਊਜ਼ਪੇਪਰ, ਇਹ ਸਾਰੀਆਂ ਚੀਜ਼ਾਂ ਦੀ ਗਰੋਥ ਹੋਈ। ਇਹਨਾਂ ਦੇ ਅੰਦਰ ਬ੍ਰਿਟਿਸ਼ਰਸ ਦੀ ਜਿਹੜੀਆਂ ਨੈਗੇਟਿਵ ਚੀਜ਼ਾਂ ਸੀਗੀਆਂ, ਉਹਨਾਂ ਦੀ ਜਿਹੜੀ ਬੁਰੀ ਮਨਸ਼ਾ ਸੀ ਉਹਦੇ ਬਾਰੇ ਜਦੋਂ ਆਰਟੀਕਲਸ ਆਉਣ ਲੱਗ ਗਏ ਤਾਂ ਲੋਕਾਂ ਨੂੰ ਜਾਣਕਾਰੀ ਹੋਣ ਲੱਗ ਗਈ ਕਿ ਅੰਦਰਲੀਆਂ ਗੱਲਾਂ ਕੀ ਨੇ। ਜਿਹੜੇ ਅੰਗਰੇਜ਼ ਨੇ ਉਹ ਸਾਡੀ ਡਿਵੈਲਪਮੈਂਟ ਕਰਨ ਲਈ ਨਹੀਂ ਆਏ, ਇਹ ਸਾਨੂੰ ਗੁਲਾਮ ਬਣਾਉਣ ਲਈ ਆਏ ਨੇ। ਦੈਨ ਇਕਨੋਮਿਕ ਐਕਸਪਲੋਇਟੇਸ਼ਨ ਕਰ ਰਹੇ ਸੀ। ਆਪਣੇ ਦੇਸ਼ ਦੇ ਵਿੱਚ ਸਸਤੇ ਦਾਮ ਤੇ ਜਿਹੜੇ ਗੁੱਡਸ ਨੇ ਪ੍ਰੋਡਿਊਸ ਕਰਕੇ
ਫੋਰਨ ਚ ਲੈ ਕੇ ਜਾ ਰਹੇ ਸੀਗੇ, ਇੰਗਲੈਂਡ ਚ ਜਾ ਕੇ ਮਹਿੰਗੇ ਲੈਵਲ ਦੇ ਉੱਤੇ, ਗਲੋਬਲ ਲੈਵਲ ਉੱਤੇ ਮਹਿੰਗੇ ਰੇਟ ਉੱਤੇ ਵੇਚ ਰਹੇ ਸੀ। ਦੈਨ ਜਾਤ ਪਾਤ ਵਿੱਚ ਬਹੁਤ ਜ਼ਿਆਦਾ ਭੇਦਭਾਵ ਕਰਦੇ ਸੀ। ਜਿਹੜੀ ਬ੍ਰਿਟਿਸ਼ ਆਰਮੀ ਸੀ ਉੱਥੇ ਚਾਹੇ ਸੇਮ ਲੈਵਲ ਦੇ ਯੂਰੋਪੀਅਨ ਤੇ ਇੰਡੀਅਨ ਸੋਲਜਰ ਹੁੰਦੇ ਸੀ, ਪਰ ਯੂਰੋਪੀਅਨ ਸੋਲਜਰ ਨੂੰ ਜ਼ਿਆਦਾ ਪੈਸਾ ਦਿੱਤਾ ਜਾਂਦਾ ਸੀ, ਜ਼ਿਆਦਾ ਸੈਲਰੀ ਮਿਲਦੀ ਸੀ ਐਜ਼ ਕੰਪੇਅਰ ਟੂ ਇੰਡੀਅਨ ਸੋਲਜਰ। ਸੋ ਰੇਸ਼ਲਿਜ਼ਮ ਬਹੁਤ ਜ਼ਿਆਦਾ ਸੀਗਾ, ਇੱਕ ਨੀਵੀਂ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ ਇੰਡੀਅਨਸ ਨੂੰ ਹਰ ਜਗ੍ਹਾ ਉੱਤੇ। ਦੈਨ ਲਾਰਡ ਲਾਈਟਨ ਦੀਆਂ ਬਹੁਤ ਸਾਰੀਆਂ ਰਿਐਕਸ਼ਨਰੀ ਪਾਲਿਸੀ ਸੀ, ਇਲਬਰਟ ਬਿੱਲ ਕੰਟਰੋਵਰਸੀ ਹੋਈ, ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਾਰਮੇਸ਼ਨ ਹੋਈ। ਸੋ ਇਹ ਸਾਰੇ ਕੁਝ ਇੰਪੋਰਟੈਂਟ ਫੈਕਟਰਸ ਨੇ ਜਿਹੜੇ ਰਿਜ਼ਲਟ ਕਰਦੇ ਨੇ ਇਨ ਦੀ ਗਰੋਥ ਆਫ ਇੰਡੀਅਨ ਨੈਸ਼ਨਲਿਜ਼ਮ। ਸੋ ਜਦੋਂ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਆਪਾਂ ਨੂੰ ਪਤਾ ਇੱਕ ਪੋਲੀਟੀਕਲ ਨੇਚਰ ਦੀ ਐਸੋਸੀਏਸ਼ਨ ਸੀ, ਪਰ ਇੰਡੀਅਨ ਨੈਸ਼ਨਲ ਕਾਂਗਰਸ ਬਣਨ ਤੋਂ ਪਹਿਲਾਂ ਅਲੱਗ-ਅਲੱਗ ਜਗ੍ਹਾ ਉੱਤੇ ਆਲਰੇਡੀ ਛੋਟੇ-ਛੋਟੇ ਲੈਵਲ ਉੱਤੇ ਕੁਝ ਪੋਲੀਟੀਕਲ ਐਸੋਸੀਏਸ਼ਨ ਬਣਨ ਲੱਗ ਗਿਆ ਸੀ। ਐਗਜ਼ਾਮ ਦੇ ਵਿੱਚ ਡਾਇਰੈਕਟਲੀ ਕੁਐਸਚਨ ਆਉਂਦਾ ਇਹਨਾਂ ਐਸੋਸੀਏਸ਼ਨਸ ਦੇ ਵਿੱਚੋਂ। ਸੋ ਇੱਕ ਵਾਰੀ ਆਪਾਂ ਇਹਨਾਂ ਨੂੰ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੰਗਾਲ ਦੀਆਂ ਇੰਪੋਰਟੈਂਟ ਪੋਲੀਟੀਕਲ ਐਸੋਸੀਏਸ਼ਨ। ਪਹਿਲੀ ਹੈ ਬੰਗਾਬਾਸ਼ ਪ੍ਰਕਾਸ਼ਿਕਾ ਸਭਾ, 1836 ਵਿੱਚ ਇਹਦੀ ਫਾਰਮੇਸ਼ਨ ਹੋਈ ਤੇ ਇਹਨੂੰ ਫਾਰਮ ਕੀਤਾ ਰਾਜਾ ਰਾਮ ਮੋਹਨ ਰਾਏ ਨੇ। ਨੈਕਸਟ ਜ਼ਮੀਂਦਾਰੀ ਐਸੋਸੀਏਸ਼ਨ, ਜਿਹਨੂੰ ਲੈਂਡ ਹੋਲਡਰ ਸੁਸਾਇਟੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ, 1838 ਇਹਨੂੰ ਫਾਰਮ ਕੀਤਾ ਸੀ ਦਵਾਰਕਾ ਨਾਥ ਟੈਗੋਰ ਨੇ। ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ, 1843 ਜਾਰਜ ਥਾਮਸਨ। ਦੈਨ ਇੰਡੀਅਨ ਐਸੋਸੀਏਸ਼ਨ ਆਫ ਕੈਲਕਟਾ। ਉਸ ਤੋਂ ਬਾਅਦ 1851 ਜਿਹੜੀ ਲੈਂਡ ਹੋਲਡਰ ਸੁਸਾਇਟੀ ਤੇ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ, ਇੱਕ ਬੰਗਾਲ ਬ੍ਰਿਟਿਸ਼ ਇੰਡੀਅਨ ਸੁਸਾਇਟੀ ਸੀ, ਇਹ ਵਾਲੀਆਂ ਦੋਨੋਂ ਇਹਨਾਂ ਨੇ ਆਪਸ ਦੇ ਵਿੱਚ ਜੁੜ ਕੇ ਮਰਜ ਕਰਕੇ ਇੱਕ ਐਸੋਸੀਏਸ਼ਨ ਬਣਾ ਲਈ, ਜਿਹਦਾ ਨਾਮ ਰੱਖਿਆ ਗਿਆ 1851 ਵਿੱਚ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ। ਨੈਕਸਟ ਦਾਦਾ ਬਾਈ ਨਾਰੋਜੀ ਨੇ ਲੰਡਨ ਵਿੱਚ ਬਣਾਈ ਈਸਟ ਇੰਡੀਆ ਐਸੋਸੀਏਸ਼ਨ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਬਹੁਤ ਵਾਰੀ ਡਾਇਰੈਕਟਲੀ ਇਹਦੇ ਬਾਰੇ ਕੁਐਸਚਨ ਆਉਂਦਾ ਐਗਜ਼ਾਮ ਦੇ ਵਿੱਚ। ਨੈਕਸਟ ਇੰਡੀਆ ਲੀਗ, ਇੰਡੀਅਨ ਲੀਗ ਤਿਆਰ ਕੀਤੀ 1875 ਸਿਸੀਰ ਕੁਮਾਰ ਘੋਸ਼। ਹੁਣ ਆਪਾਂ ਦੇਖਾਂਗੇ ਬੰਬੇ ਤੇ ਮਦਰਾਸ ਦੀਆਂ। ਸੋ ਇਹ ਮੇਨ ਆਪਾਂ ਪ੍ਰੈਜ਼ੀਡੈਂਸੀ ਟਾਊਨਸ ਦੀ ਗੱਲ ਕਰ ਰਹੇ ਹਾਂ, ਜਿਹੜੇ ਮੇਨ ਪ੍ਰੈਜ਼ੀਡੈਂਸੀ ਟਾਊਨ ਸੀ ਉੱਥੇ ਜਿਹੜੀਆਂ ਪੋਲੀਟੀਕਲ ਐਸੋਸੀਏਸ਼ਨ ਬਣੀਆਂ। ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਦੇ ਸੇਮ ਲਾਈਨਸ ਦੇ ਉੱਤੇ ਇੱਕ 26 ਅਗਸਤ 1852 ਨੂੰ ਫਾਊਂਡ ਹੋਈ ਐਸੋਸੀਏਸ਼ਨ, ਜਿਹਦਾ ਨਾਮ ਰੱਖਿਆ ਗਿਆ ਬੰਬੇ ਐਸੋਸੀਏਸ਼ਨ। ਪੂਨਾ ਸਾਰਵਜਨਿਕ ਸਭਾ, 1867 MG ਰਨਾਡੇ ਨੇ, ਇਹ ਵੀ ਬਹੁਤ ਵਾਰੀ ਐਗਜ਼ਾਮ ਵਿੱਚ ਪੁੱਛੀ ਗਈ ਹੈ। ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ, ਬਦਰੁਦੀਨ ਤੈਯਬ, ਫਿਰੋਜ਼ ਸ਼ਾਹ ਮਹਿਤਾ, KT ਤਲਾਂਗ, 1885। ਉਸ ਤੋਂ ਬਾਅਦ ਇੱਕ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ ਸੀ ਜਿਹੜੀ ਉਹਦੀ ਹੀ ਬ੍ਰਾਂਚ ਮਦਰਾਸ ਵਿੱਚ ਵੀ ਖੋਲੀ ਗਈ, ਜਿਹਦਾ ਨਾਮ ਰੱਖਿਆ ਗਿਆ ਮਦਰਾਸ ਨੇਟਿਵ ਐਸੋਸੀਏਸ਼ਨ। ਤੇ ਲਾਸਟ ਵਿੱਚ ਮਦਰਾਸ ਮਹਾਜਨ ਸਭਾ, ਇਹ ਵੀ ਬਹੁਤ ਵਾਰੀ ਐਗਜ਼ਾਮ ਵਿੱਚ ਪੁੱਛੀ ਗਈ ਹੈ, 1884। MV ਰਾਘਵਚਾਰੀ, B ਸੁਬਰਾਮਨਿਅਮ ਅਈਅਰ, P ਅਨੰਤ ਚਰਲੂ। ਸੋ ਹੁਣ ਆਪਾਂ ਜਦੋਂ ਇੰਡੀਅਨ ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ, ਆਪਾਂ ਨੇ ਇਹ ਤਾਂ ਦੇਖ ਲਿਆ ਵੀ 1857 ਵਾਲੀ ਜਿਹੜੀ ਰਿਵੋਲਟ ਹੋਈ ਸੀ, ਆਜ਼ਾਦੀ ਦੀ ਪਹਿਲੀ ਲੜਾਈ ਜਿਹਨੂੰ ਕਿਹਾ ਜਾਂਦਾ ਹੈ, ਫਰਸਟ ਵਾਰ ਆਫ ਇੰਡੀਪੈਂਡੈਂਸ ਵੀ ਕਿਹਾ ਜਾਂਦਾ ਹੈ। ਸੋ ਇਹਦੇ ਤੋਂ ਬਾਅਦ 1857 ਤੋਂ ਬਾਅਦ ਕੁਝ ਪੋਲੀਟੀਕਲ ਐਸੋਸੀਏਸ਼ਨਸ ਬਣਨ ਲੱਗ ਗਈਆਂ। ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਲੈਣ ਦੀ ਜਿਹੜੀ ਇੱਕ ਚਿੰਗਾਰੀ ਸੀ, ਹੁਣ ਉਹ ਬਲ ਚੁੱਕੀ ਸੀ। ਸੋ ਲੋਕਾਂ ਦੇ ਅੰਦਰ ਨੈਸ਼ਨਲਿਜ਼ਮ ਦੀ ਜਿਹੜੀ ਭਾਵਨਾ ਸੀਗੀ, ਇੱਕ ਦੇਸ਼ ਭਗਤੀ ਦੀ ਭਾਵਨਾ, ਉਹ ਵੀ ਜਾਗ ਚੁੱਕੀ ਸੀ। ਸੋ ਹੁਣ ਜਦੋਂ ਆਪਾਂ 1857 ਦੀ ਗੱਲ ਕਰਦੇ ਹਾਂ ਮਾਡਰਨ ਇੰਡੀਆ ਹਿਸਟਰੀ ਦੇ ਅੰਦਰ, ਤਾਂ ਇਹਦੇ ਵਿੱਚ ਹੁਣ ਆਪਾਂ ਇੱਕ ਟਾਈਮਲਾਈਨ ਦੇਖ ਲੈਂਦੇ ਹਾਂ ਕਿ ਆਪਾਂ ਨੇ ਇਹ ਪੂਰੇ ਦੇ ਪੂਰੇ ਫੇਜ਼ ਨੂੰ, ਜਿਹੜਾ ਜਿਹਨੂੰ ਆਪਾਂ ਮੋਡਰੇਟ ਫੇਜ਼ ਵੀ ਕਹਿੰਦੇ ਹਾਂ, ਜੋ ਰਿਵੋਲਟ ਆਫ 1857 ਤੋਂ ਬਾਅਦ ਵਾਲਾ ਸਮਾਂ ਹੈ, ਉਹਨੂੰ ਆਪਾਂ ਨੇ ਪੜ੍ਹਨਾ ਕਿਵੇਂ ਹੈ। ਸੋ ਆਪਾਂ ਜਿਹੜਾ ਪੂਰਾ ਦਾ ਪੂਰਾ ਮੋਡਰੇਟ ਫੇਜ਼ ਹੈ, ਇਹਨੂੰ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਰਥ ਤੋਂ, 1885 ਤੋਂ। ਉਸ ਤੋਂ ਬਾਅਦ ਦੇਖਾਂਗੇ ਆਪਾਂ ਮੋਡਰੇਟ ਲੀਡਰਸ ਬਾਰੇ। ਦੈਨ ਇੰਪੋਰਟੈਂਟ ਇਵੈਂਟਸ ਦੀ ਗੱਲ ਕਰਾਂਗੇ 1919 ਤੱਕ, ਜਿਹਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਬਾਰੇ ਪੜਾਂਗੇ, ਸਵਦੇਸ਼ੀ ਮੂਵਮੈਂਟ, ਕੁਝ ਰੈਵੋਲੂਸ਼ਨਰੀ ਐਕਟੀਵਿਟੀਜ਼, ਮੁਸਲਿਮ ਲੀਗ, ਸੂਰਤ ਸਪਲਿਟ, ਮੌਰਲੇ ਮਿੰਟੋ ਰਿਫਾਰਮ 1909। ਦੋ ਲੀਗ ਬਣੀਆਂ ਸੀ, ਹੋਮ ਰੂਲ ਲੀਗ, ਇੱਕ ਤਿਲਕ ਨੇ ਬਣਾਈ ਸੀ, ਇੱਕ ਐਨੀ ਬੇਸੈਂਟ ਨੇ ਬਣਾਈ ਸੀ। ਸੋ ਆਪਾਂ ਇਹਨਾਂ ਦੋਨਾਂ ਬਾਰੇ ਪੜਾਂਗੇ। ਦੈਨ ਗਦਰ, ਲਖਨਊ ਸੈਸ਼ਨ INC ਦਾ ਬਹੁਤ ਇੰਪੋਰਟੈਂਟ ਹੈ, ਮੌਂਟੇਕ ਚੈਮਸਫੋਰਡ ਰਿਫਾਰਮ, ਗਵਰਨਮੈਂਟ ਆਫ ਇੰਡੀਆ ਐਕਟ 1919 ਤੇ ਲਾਸਟ ਵਿੱਚ ਰੌਲਟ ਐਕਟ। ਤੇ ਰੌਲਟ ਐਕਟ ਤੋਂ ਬਾਅਦ ਸਟਾਰਟ ਹੁੰਦੀ ਹੈ ਗਾਂਧੀ ਜੀ ਦੀ ਐਂਟਰੀ, ਸਟਾਰਟ ਆਫ ਗਾਂਧੀਅਨ ਐਰਾ, ਜਿਹਨੂੰ ਆਪਾਂ ਆਪਣੇ ਨੈਕਸਟ ਲੈਕਚਰ ਦੇ ਅੰਦਰ ਦੇਖਾਂਗੇ। ਸੋ ਅੱਜ ਇਸ ਲੈਕਚਰ ਦੇ ਅੰਦਰ ਆਪਾਂ ਨੇ ਗਰੋਥ ਆਫ ਨੈਸ਼ਨਲਿਜ਼ਮ ਤੋਂ ਬਾਅਦ
ਸਟਾਰਟ ਕਰਨਾ ਹੈ ਬਰਥ ਆਫ ਆਈਐਨਸੀ ਤੋਂ ਤੇ ਖਤਮ ਕਰਨਾ ਆਪਾਂ ਨੇ 1919 ਦੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਨਾਲ। ਸੋ ਤੁਸੀਂ ਇਸੇ ਤਰ੍ਹਾਂ ਜੇ ਲਾਈਨ ਵਾਈਜ਼ ਤਿਆਰ ਕਰੋਗੇ ਤਾਂ ਕਦੇ ਵੀ ਤੁਸੀਂ ਐਗਜ਼ਾਮ ਵਿੱਚ ਗਲਤੀ ਨਹੀਂ ਕਰੋਗੇ ਡੇਟਸ ਨੂੰ ਲੈ ਕੇ, ਕਿਉਂਕਿ ਬਹੁਤ ਵਾਰੀ ਦੇਖਿਆ ਜਾਂਦਾ ਹੈ ਜਦੋਂ ਵੀ ਹਿਸਟਰੀ 'ਚੋਂ ਕੁਐਸਚਨ ਆਉਂਦੇ ਨੇ ਤਾਂ ਡਾਇਰੈਕਟਲੀ ਡੇਟਸ ਤੇ ਕੁਐਸਚਨ ਆਉਂਦੇ ਨੇ। ਸੋ ਤੁਸੀਂ ਟਰਾਈ ਕਰੋ ਕਿ ਇਹਨੂੰ ਇੱਕ ਸਟੋਰੀ ਦੀ ਤਰ੍ਹਾਂ ਪੜ੍ਹੋ। ਮਾਡਰਨ ਇੰਡੀਆ ਦੀ ਸ਼ੁਰੂਆਤ ਹੁੰਦੀ ਹੈ ਯੂਰੋਪੀਅਨਸ ਦੀ ਐਂਟਰੀ ਤੋਂ, ਐਡਵੈਂਟ ਆਫ ਯੂਰੋਪੀਅਨ, ਜਿਹਦੇ ਅੰਦਰ ਆਪਾਂ ਫ੍ਰੈਂਚ, ਡੱਚ, ਡੇਨਸ, ਪੋਰਚੁਗੀਜ਼, ਬ੍ਰਿਟਿਸ਼ ਉਹ ਸਾਰਾ ਕੁਝ ਪੜ੍ਹਦੇ ਹਾਂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੰਪੋਰਟੈਂਟ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ, ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਦੀ ਸੀ। ਦੈਨ ਆਪਾਂ ਗੱਲ ਕਰਦੇ ਹਾਂ ਰਿਵੋਲਟ ਆਫ 1857 ਤੇ ਉਸ ਤੋਂ ਬਾਅਦ ਆਉਂਦਾ ਹੈ ਮੋਡਰੇਟ ਫੇਸ, ਗਾਂਧੀਅਨ ਐਰਾ, ਐਕਸਟ੍ਰੀਮਿਸਟ ਫੇਸ ਤੇ ਦੇਸ਼ ਦੀ ਆਜ਼ਾਦੀ ਇੰਡੀਪੈਂਡੈਂਸ ਐਕਟ। ਸੋ ਇਸ ਤਰੀਕੇ ਦੇ ਨਾਲ ਤੁਸੀਂ ਲਾਈਨ ਵਾਈਜ਼ ਮਾਡਰਨ ਇੰਡੀਆ ਹਿਸਟਰੀ ਨੂੰ ਤਿਆਰ ਕਰਨਾ ਹੈ। So starting with birth of Indian National Congress. A.O. Hume, ਐਲਨ ਓਕਟੇਵੀਅਨ ਹਿਊਮ ਇੱਕ ਰਿਟਾਇਰਡ ਇੰਗਲਿਸ਼ ਸਿਵਲ ਸਰਵੈਂਟ ਸੀ। ਬਹੁਤ ਸਾਰੇ ਪ੍ਰੋਮੀਨੈਂਟ ਜਿਹੜੇ ਮੰਨੇ ਪ੍ਰਮੰਨੇ ਇੰਡੀਅਨ ਲੀਡਰ ਸੀ ਉਸ ਸਮੇਂ ਦੇ, ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਇੱਕ ਇੰਡੀਆ ਲੈਵਲ ਦੇ ਉੱਤੇ ਆਲ ਇੰਡੀਆ ਆਰਗੇਨਾਈਜੇਸ਼ਨ ਫਾਊਂਡ ਕੀਤੀ, ਜਿਹਦਾ ਨਾਮ ਰੱਖਿਆ ਗਿਆ INC, ਇੰਡੀਅਨ ਨੈਸ਼ਨਲ ਕਾਂਗਰਸ। ਸਭ ਤੋਂ ਪਹਿਲਾਂ ਤਾਂ A.O. ਹਿਊਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇਮ ਹੈ। ਪਹਿਲਾ ਸੈਸ਼ਨ ਸੀ ਜਿਹੜਾ ਆਈਐਨਸੀ ਦਾ ਉਹ ਬੰਬੇ ਵਿੱਚ ਹੋਇਆ 1885 ਦਸੰਬਰ ਨੂੰ, ਤੇ ਇਸ ਸੈਸ਼ਨ ਦੇ ਪ੍ਰੈਜ਼ੀਡੈਂਟ ਸੀ, ਇਹਨੂੰ ਪ੍ਰੀਸਾਈਡ ਕੀਤਾ ਸੀ WC ਬੈਨਰਜੀ ਨੇ, ਵੋਮੇਸ਼ ਚੰਦਰ ਬੈਨਰਜੀ, ਤੇ ਇਹਦੇ ਵਿੱਚ ਕੁੱਲ 72 ਡੈਲੀਗੇਟ ਸੀ ਜਿਨ੍ਹਾਂ ਨੇ ਅਟੈਂਡ ਕੀਤਾ ਸੀ। ਸੁਰਿੰਦਰਨਾਥ ਬੈਨਰਜੀ ਤੇ ਹੋਰ ਬਹੁਤ ਸਾਰੇ ਲੀਡਰ ਸੀ ਬੰਗਾਲ ਦੇ, ਜਿਹੜੇ ਸੈਕਿੰਡ ਨੈਸ਼ਨਲ ਕਾਨਫਰੰਸ ਦੇ ਵਿੱਚ ਬਿਜ਼ੀ ਹੋਣ ਕਰਕੇ ਪਹਿਲਾ ਜਿਹੜਾ ਸੈਸ਼ਨ ਸੀ ਆਈਐਨਸੀ ਦਾ ਉਹਨੂੰ ਅਟੈਂਡ ਨਹੀਂ ਸੀ ਕਰ ਪਾਏ। 1886 ਵਿੱਚ ਅਗਲੇ ਹੀ ਸਾਲ 1885 ਵਿੱਚ ਇਹ ਬਣੀ INC। ਅਗਲੇ ਹੀ ਸਾਲ ਜਿਹੜੇ ਸੁਰਿੰਦਰਨਾਥ ਬੈਨਰਜੀ ਸੀ ਤੇ ਨਾਲ ਹੋਰ ਬਹੁਤ ਸਾਰੇ ਜਿਹੜੇ ਲੀਡਰ ਸੀ ਬੰਗਾਲ ਦੇ, ਉਹਨਾਂ ਨੇ ਆਪਣੀ ਫੋਰਸਿਸ ਨੂੰ ਨੈਸ਼ਨਲ ਕਾਂਗਰਸ ਦੇ ਨਾਲ ਮਿਲਾ ਲਿਆ, ਜਿਹੜੇ ਪਹਿਲਾਂ ਨਹੀਂ ਸੀ ਆ ਸਕੇ, ਤੇ ਇਹ ਸਾਰੇ ਆ ਕੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਰਲ ਗਏ ਸੀ। ਤੇ ਉਸ ਸਮੇਂ ਪ੍ਰੈਜ਼ੀਡੈਂਟਸ਼ਿਪ ਸੀਗੀ ਨੈਕਸਟ ਈਅਰ ਦੀ, ਪਹਿਲੇ ਸਾਲ ਦੀ ਪ੍ਰੈਜ਼ੀਡੈਂਟਸ਼ਿਪ ਸੀ INC ਦੀ WC ਬੈਨਰਜੀ ਕੋਲ, ਦੂਜੇ ਸਾਲ ਦੀ ਸੀ ਦਾਦਾ ਭਾਈ ਨਾਰੋਜੀ। ਸੋ ਇਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਅੰਦਰ ਸੁਰਿੰਦਰਨਾਥ ਬੈਨਰਜੀ ਨੇ ਐਂਟਰੀ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ। ਜਦੋਂ ਕਲਕੱਤਾ ਸੈਸ਼ਨ ਹੋਇਆ ਤਾਂ ਜਿਹੜੀ ਨੈਸ਼ਨਲ ਕਾਂਗਰਸ ਸੀ ਪੂਰੀ ਤਰ੍ਹਾਂ ਪੂਰੇ ਦੇਸ਼ ਦੀ ਕਾਂਗਰਸ ਬਣ ਗਈ। ਪਹਿਲਾਂ ਸਟਾਰਟਿੰਗ ਵਿੱਚ 72 ਡੈਲੀਗੇਟ ਸੀ ਜਿਨ੍ਹਾਂ ਨੇ ਅਟੈਂਡ ਕੀਤਾ ਸੀ, ਹੁਣ ਜਿਹੜੀ ਡੈਲੀਗੇਸ਼ਨ ਸੀ ਉਹ ਬਹੁਤ ਵੱਡੇ ਲੈਵਲ ਤੇ ਫੈਲ ਗਈ ਸੀ। ਟੋਟਲ 436 ਡੈਲੀਗੇਟ ਸੀ ਜਿਨ੍ਹਾਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਗਰੁੱਪਸ ਚੋਂ ਇਲੈਕਟ ਕੀਤਾ ਗਿਆ ਸੀ। 1890 ਵਿੱਚ ਕਦੰਬਨੀ ਗੋਂਗਲੀ ਪਹਿਲੀ ਮਹਿਲਾ ਗ੍ਰੈਜੂਏਟ ਸੀ ਜੋ ਕੈਲਕਟਾ ਯੂਨੀਵਰਸਿਟੀ ਦੀ, ਇਹਨਾਂ ਨੇ ਕਾਂਗਰਸ ਸੈਸ਼ਨ ਦੇ ਵਿੱਚ ਐਡਰੈਸ ਕੀਤਾ ਸੀ। ਸੋ ਇਹ ਵੀ ਬਹੁਤ ਇੰਪੋਰਟੈਂਟ ਫੈਕਟ ਹੈ, ਬਾਰ-ਬਾਰ ਐਗਜ਼ਾਮ ਵਿੱਚ ਇਹਦੇ ਬਾਰੇ ਵੀ ਪੁੱਛਿਆ ਜਾਂਦਾ ਹੈ। ਇਹ ਬਹੁਤ ਇੱਕ ਸਿੰਬੋਲਿਕ ਇਵੈਂਟ ਸੀ ਕਿਉਂਕਿ ਦੇਸ਼ ਦੀ ਲੜਾਈ ਵਿੱਚ ਪਹਿਲੀ ਵਾਰੀ ਇਹ ਦੇਖਿਆ ਜਾ ਰਿਹਾ ਸੀ ਕਿ ਹੁਣ ਔਰਤਾਂ ਵੀ ਬਹੁਤ ਆਪਣੀ ਬੁਲੰਦ ਆਵਾਜ਼ ਕਰ ਰਹੀਆਂ ਨੇ, ਉਹ ਵੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣਾ ਪੂਰਾ ਯੋਗਦਾਨ ਦੇ ਰਹੀਆਂ ਨੇ। ਤੇ ਨਾਲ ਹੀ ਇਹ ਵੀ ਦਿਖਾਇਆ ਜਾ ਰਿਹਾ ਸੀ ਕਿ ਜਿਹੜੇ ਪੁਰਾਣੇ ਜ਼ਮਾਨੇ ਤੋਂ ਔਰਤਾਂ ਦੀ ਇੱਕ ਡੀ ਗ੍ਰੇਡ ਵਾਲੀ ਪੋਜੀਸ਼ਨ ਸੀ, ਹੁਣ ਉਹ ਪੋਜੀਸ਼ਨ ਉਹਨਾਂ ਦੀ ਬਦਲ ਰਹੀ ਸੀ। ਹੋਰ ਬਹੁਤ ਸਾਰੇ ਨੈਸ਼ਨਲ ਕਾਂਗਰਸ ਦੇ ਅਲੱਗ-ਅਲੱਗ ਪ੍ਰੈਜ਼ੀਡੈਂਟ ਰਹੇ ਨੇ, ਜਿਵੇਂ ਦਾਦਾ ਭਾਈ ਨਾਰੋਜੀ, ਬਦਰੁਦੀਨ ਤੈਯਬ ਜੀ, ਫਿਰੋਜ਼ ਸ਼ਾਹ ਮਹਿਤਾ, P. ਆਨੰਦ ਚਰਲੂ, ਸੁਰਿੰਦਰਨਾਥ ਬੈਨਰਜੀ, RC ਦੱਤ, ਆਨੰਦ ਮੋਹਨ ਬੋਸ ਤੇ ਗੋਪਾਲ ਕ੍ਰਿਸ਼ਨ ਗੋਖਲੇ। ਸੋ ਇਹ ਸਾਰੇ ਵਨ ਆਫ ਦ ਗ੍ਰੇਟ ਪ੍ਰੈਜ਼ੀਡੈਂਟ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ। ਨੈਕਸਟ ਆਪਾਂ ਗੱਲ ਕਰਾਂਗੇ ਮੋਡਰੇਟ ਲੀਡਰਸ ਦੀ। ਜਿਹੜੀ ਇੰਡੀਅਨ ਨੈਸ਼ਨਲ ਮੂਵਮੈਂਟ ਹੈ 1905 ਤੱਕ ਮੇਨ ਡੋਮੀਨੇਸ਼ਨ ਰਹੀ ਹੈ। ਮੇਨ ਇਸ ਤਰ੍ਹਾਂ ਦੇ ਲੀਡਰ ਇਹਦੇ ਵਿੱਚ ਰਹੇ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ, ਜਿਨ੍ਹਾਂ ਨੇ ਅਲੱਗ-ਅਲੱਗ ਮੂਵਮੈਂਟਸ ਕੀਤੀਆਂ, ਅਲੱਗ-ਅਲੱਗ ਅੰਦੋਲਨ ਕਰੇ, ਜਿਹੜੇ ਥੋੜੇ ਸ਼ਾਂਤ ਸੁਭਾਅ ਦੇ ਸੀ, ਜੋ ਇਹ ਸੋਚਦੇ ਸੀ ਕਿ ਆਪਾਂ ਲਾਅ ਦੇ ਅਕੋਰਡਿੰਗ ਜੇ ਚੱਲੀਏ ਤਾਂ ਆਪਾਂ ਲਾਅ ਦੀ ਚਾਰ ਦੀਵਾਰੀ ਦੇ ਅੰਦਰ ਰਹਿ ਕੇ ਕਨਸਟੀਟਿਊਸ਼ਨਲ ਸੰਵਿਧਾਨਿਕ ਤਰੀਕੇ ਦੇ ਨਾਲ ਆਜ਼ਾਦੀ ਲੈ ਸਕਦੇ ਹਾਂ। ਸੋ ਇਹ ਲੋਕ ਐਕਸਟ੍ਰੀਮਿਸਟ ਨਹੀਂ ਸੀ, ਮਤਲਬ ਇਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਗੈਰਾ ਕਰਕੇ ਇਸ ਤਰੀਕੇ ਦੇ ਨਾਲ ਆਪਣੀ ਗੱਲ ਨਹੀਂ ਸੀ ਮਨਵਾਉਣਾ ਚਾਹੁੰਦੇ। ਇਹਨਾਂ ਨੂੰ ਲੱਗਦਾ ਸੀ ਕਿ ਆਪਾਂ ਪ੍ਰੋਪਰ ਜੇ ਆਪਣੀ ਗੱਲ ਮਨਵਾਉਣੀ ਹੈ ਉਹਦੇ ਲਈ ਆਪਾਂ ਪਟੀਸ਼ਨਾਂ ਦਾਖਲ ਕਰੋ, ਮੀਟਿੰਗਸ ਕਰੋ, ਸਪੀਚ ਦਿਓ। ਸੋ ਇਸ ਤਰੀਕੇ ਦੀ ਸੋਚ ਰੱਖਣ ਵਾਲੇ ਜਿਹੜੇ ਲੋਕ ਸੀ, ਥੋੜੇ ਠੰਡੇ ਵਿਚਾਰਾਂ ਵਾਲੇ, ਉਹਨਾਂ ਨੂੰ ਨਾਮ ਦਿੱਤਾ ਗਿਆ ਮੋਡਰੇਟ ਨੈਸ਼ਨਲਿਸਟ। ਸੋ ਇੰਡੀਅਨ ਨੈਸ਼ਨਲ ਮੂਵਮੈਂਟ ਅਪ ਟੂ 1905 ਡੋਮੀਨੇਟ ਕੌਣ ਕਰ ਰਹੇ ਸੀ ਇਹਨੂੰ? ਲੀਡਰਸ, ਜਿਨ੍ਹਾਂ ਨੂੰ ਆਮ ਤੌਰ ਤੇ ਮੋਡਰੇਟ ਨੈਸ਼ਨਲਿਸਟ ਜਾਂ ਫਿਰ ਮੋਡਰੇਟ ਕਿਹਾ ਜਾਂਦਾ ਸੀ। ਜਿਹੜੇ ਪੋਲੀਟੀਕਲ ਮੈਥਡ ਸੀ ਅੰਦੋਲਨ ਕਰਨ ਦੇ ਮੈਥਡ can be summed up briefly as constitutional agitation within the four walls of law, slow
orderly political progress. Moderates believe that if public opinion was created, organized popular demand presented to authority through petition, meeting, resolution, speech, authorities would concede these demands gradually and step by step. 1889 ਵਿੱਚ ਬ੍ਰਿਟਿਸ਼ ਕਮੇਟੀ ਨੇ ਇੱਕ ਜਰਨਲ ਸਟਾਰਟ ਕੀਤਾ ਜਿਹਦਾ ਨਾਮ ਰੱਖਿਆ ਗਿਆ ਇੰਡੀਆ। ਮੋਡਰੇਟਸ ਨੂੰ ਲੱਗਦਾ ਸੀ ਕਿ ਜਿਹੜਾ ਇੰਡੀਆ ਦਾ ਪੋਲੀਟੀਕਲ ਕਨੈਕਸ਼ਨ ਹੈ ਬ੍ਰਿਟੇਨ ਦੇ ਨਾਲ ਇਹ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਇੰਡੀਆ ਦੇ ਹੀ ਹਿੱਤ ਵਿੱਚ ਕੰਮ ਕਰ ਰਹੇ ਨੇ ਜਿਹੜੇ ਬ੍ਰਿਟਿਸ਼ਰਸ ਨੇ। ਸੋ ਸਟਾਰਟਿੰਗ ਵਿੱਚ ਮੋਡਰੇਟਸ ਦੀ ਇਹ ਸੋਚ ਸੀ। ਸੋ ਇਸੇ ਲਈ ਉਹਨਾਂ ਨੇ ਕਦੇ ਵੀ ਸਿੱਧਾ ਬ੍ਰਿਟਿਸ਼ਰਸ ਨੂੰ ਇੰਡੀਆ ਤੋਂ ਬਾਹਰ ਕੱਢਣ ਦਾ ਪਲਾਨ ਨਹੀਂ ਕੀਤਾ। ਇਹਨਾਂ ਦਾ ਸਿਰਫ ਇੱਕ ਮਕਸਦ ਸੀ ਕਿ ਜਿਹੜੇ ਬ੍ਰਿਟਿਸ਼ ਰੂਲ ਹੈ ਉਹਨੂੰ ਆਪਾਂ ਥੋੜਾ ਜਿਹਾ ਆਪਣੇ ਦੇਸ਼ ਦੇ ਨੈਸ਼ਨਲ ਰੂਲ ਦੇ ਨਾਲ ਮਿਲਾ ਕੇ ਚਲਾ ਸਕੀਏ, ਥੋੜੀ ਬਹੁਤ ਜੋ ਤਬਦੀਲੀਆਂ ਦੀ ਲੋੜ ਨੇ, ਟਰਾਂਸਫਰਮੇਸ਼ਨ ਦੀ ਜ਼ਰੂਰਤ ਹੈ, ਉਹ ਕਰਵਾ ਸਕੀਏ। So therefore planned not to expel the British but to transform British rule to approximate to national rule. ਜਦੋਂ moderates ਨੂੰ British rule ਦੇ ਅਸਲੀ ਜੋ ਉਹਨਾਂ ਦੀ evil deed ਸੀਗੀਆਂ ਉਹਨਾਂ ਬਾਰੇ ਪਤਾ ਚੱਲਿਆ, ਉਹਨਾਂ ਦੀ ਬੁਰੀ intention ਬਾਰੇ ਪਤਾ ਚੱਲਿਆ, ਉਸ ਸਮੇਂ ਫਿਰ moderates ਨੇ slowly Britishers ਦੇ ਨਾਲ ਜਿਹੜੀ ਪਹਿਲਾਂ politely peacefully ਗੱਲ ਕਰਦੇ ਸੀ ਉਹਨੂੰ ਬੰਦ ਕਰਕੇ directly self government demand ਕਰਨੀ ਸਟਾਰਟ ਕੀਤੀ। ਸੋ ਹੁਣ ਆਪਾਂ ਪਹਿਲਾਂ ਲਿਸਟ ਦੇਖ ਲੈਂਦੇ ਹਾਂ ਕੁਝ ਇੰਪੋਰਟੈਂਟ ਮੋਡਰੇਟ ਲੀਡਰਸ ਸੀ, ਕਿਉਂਕਿ ਕਈ ਵਾਰੀ ਐਗਜ਼ਾਮ ਦੇ ਵਿੱਚ ਕੀ ਹੁੰਦਾ ਹੈ ਤੁਹਾਨੂੰ ਡਾਇਰੈਕਟਲੀ ਕੁਐਸਚਨ ਆ ਜਾਂਦਾ ਹੈ ਕਿ which of the following is not a moderate leader ਜਾਂ is a moderate leader। ਸੋ ਉਹਦੇ ਲਈ ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਹੈ ਕਿ ਮੋਡਰੇਟ ਲੀਡਰ ਹੈ ਕਿਹੜੇ। ਸੋ KT ਤਿਲਾਂਗ, ਗੋਪਾਲ ਕ੍ਰਿਸ਼ਨ ਗੋਖਲੇ, ਫਿਰੋਜ਼ ਸ਼ਾਹ ਮਹਿਤਾ, RM ਸ਼ਾਨੀ, AM ਧਰਮਸੀ, ਬਦਰੁਦੀਨ ਤੈਯਬ, WC ਬੈਨਰਜੀ, ਦਾਦਾਬਾਈ ਨਾਰੋਜੀ, George Yule, SN Banerjee, Anand Mohan Bose, Henry Cotton, Rahmat Ullah Sayani, C. Shankaran Iyer, Lal Mohan Ghosh, beside many other। Next ਹੁਣ ਆਪਾਂ ਇੱਕ ਛੋਟਾ ਜਿਹਾ difference ਦੇਖ ਕੇ ਹੋਰ detail ਦੇ ਵਿੱਚ concept ਸਮਝ ਲੈਂਦੇ ਹਾਂ ਕਿ moderates ਕੌਣ ਸੀ, radicals ਜਾਂ ਜਿਨ੍ਹਾਂ ਨੂੰ extremist ਕਿਹਾ ਜਾਂਦਾ ਹੈ ਉਹ ਕੌਣ ਸੀ। Moderate ਉਹ ਹੈ ਜਿਹੜੇ ਬਹੁਤ ਹੀ normal ਇੱਕ moderate ਸ਼ਾਂਤਮਈ view ਰੱਖਣ, ਵਿਚਾਰ ਰੱਖਣ ਕਿਸੇ ਚੀਜ਼ ਉੱਤੇ। ਰੈਡੀਕਲ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਐਕਸਟ੍ਰੀਮਿਸਟ ਵੀ ਕਹਿ ਦਿੰਦੇ ਆ, ਜਿਨ੍ਹਾਂ ਦਾ ਐਕਸਟ੍ਰੀਮ ਵਿਊ ਹੁੰਦਾ। ਸੋ ਇਹ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ ਮੋਡਰੇਟ, ਇਹਨਾਂ ਦੇ ਜਿਹੜੇ ਮੈਥਡ ਨੇ ਉਹ ਕਿਤੇ ਨਾ ਕਿਤੇ ਨਾਲ ਵਾਇਲੈਂਸ ਨੂੰ ਜੋੜ ਲੈਂਦੇ ਨੇ। ਹੈਜ਼ ਐਨ ਐਵਰੇਜ ਔਰ ਅ ਮੋਡਰਨ ਸਟੈਂਸ, ਇਹਨਾਂ ਦਾ ਜਿਹੜਾ ਅਸਰ ਹੈ ਉਹ ਕਈ ਵਾਰੀ ਹਰ ਜਗ੍ਹਾ ਉੱਤੇ ਉਹਨਾਂ ਨਹੀਂ ਦੇਖਣ ਨੂੰ ਮਿਲਦਾ ਜਿੰਨਾ ਐਕਸਟ੍ਰੀਮਿਸਟ ਤੇ ਜਿਹੜਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਜੋ ਉਹਨਾਂ ਦੇ ਮੈਜਰਸ ਲੈਂਦੇ ਨੇ, ਜੋ ਉਹ ਅੰਦੋਲਨ ਕਰਦੇ ਨੇ, ਉਹਨਾਂ ਦਾ ਜਿਹੜਾ ਅਸਰ ਹੈ ਉਹ ਜ਼ਿਆਦਾ ਵੱਡੇ ਲੈਵਲ ਉੱਤੇ ਪੈਂਦਾ ਹੈ। ਸੋ ਇਹ ਇੱਕ ਬੇਸਿਕ ਡਿਫਰੈਂਸ ਮੋਡਰੇਟ ਤੇ ਰੈਡੀਕਲ ਦਾ। ਨੈਕਸਟ ਹੁਣ ਆਪਾਂ ਗੱਲ ਕਰਾਂਗੇ ਅਸਲੀ ਨੈਸ਼ਨਲ ਮੂਵਮੈਂਟ ਦੀ ਜੋ 1905 ਤੋਂ 1919 ਤੱਕ ਮੇਨ ਗਾਂਧੀਅਨ ਐਰਾ ਤੋਂ ਪਹਿਲਾਂ ਵਾਲਾ ਜਿਹੜਾ ਆਪਾਂ ਨੇ ਟਾਈਮ ਪੀਰੀਅਡ ਹੈ ਉਹ ਕਵਰ ਕਰਨਾ ਅੱਜ ਦੇ ਅੰਦਰ। ਸੋ ਸਟਾਰਟ ਕਰਾਂਗੇ ਰੈਕੋਗਨੀਸ਼ਨ ਆਫ ਟਰੂ ਨੇਚਰ ਆਫ ਬ੍ਰਿਟਿਸ਼ ਰੂਲ। ਸੋ ਕੀ ਹੋਇਆ ਜਦੋਂ ਲੋਕਾਂ ਦੇ ਅੰਦਰ ਨੈਸ਼ਨਲਿਜ਼ਮ ਦੀ ਭਾਵਨਾ ਜਾਗੀ, ਲੋਕਾਂ ਨੂੰ ਹੌਲੀ ਪਤਾ ਚੱਲਣ ਲੱਗ ਗਿਆ ਸਪੈਸ਼ਲੀ ਮੋਡਰੇਟਸ ਨੂੰ ਕਿ ਈਵਿਲ ਨੇਚਰ ਹੈ ਬ੍ਰਿਟਿਸ਼ ਰੂਲ ਦੀ, ਉਹਨਾਂ ਦੀ ਜਿਹੜੀ ਇੰਟੈਂਸ਼ਨ ਹੈ, ਮਨਸ਼ਾ ਹੈ ਉਹ ਸਹੀ ਨਹੀਂ ਹੈ। 1898 ਵਿੱਚ ਇੱਕ ਲਾਅ ਪਾਸ ਕੀਤਾ ਬ੍ਰਿਟਿਸ਼ਰਸ ਨੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਵੀ ਜੇ ਫੋਰਨ ਗਵਰਨਮੈਂਟ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਡਿਸਅਫੈਕਸ਼ਨ ਦੀ ਫੀਲਿੰਗ ਜਤਾਊਗਾ ਤਾਂ ਉਹਨੂੰ ਇੱਕ ਅਪਰਾਧ ਮੰਨਿਆ ਜਾਊਗਾ। 1899 ਦੇ ਵਿੱਚ ਜਿਹੜੇ ਇੰਡੀਅਨ ਮੈਂਬਰਸ ਦੇ ਨੰਬਰ ਸੀ ਕੈਲਕਟਾ ਕਾਰਪੋਰੇਸ਼ਨ ਵਿੱਚ ਉਹਨੂੰ ਘਟਾਤਾ। 1904 ਵਿੱਚ ਪ੍ਰੈਸ ਦੇ ਉੱਤੇ ਰੋਕ ਲਗਾਤੀ, ਪ੍ਰੈਸ ਦੀ ਫਰੀडम ਉੱਤੇ ਰੋਕ ਲਗਾਤੀ, ਆਜ਼ਾਦੀ ਉੱਤੇ ਰੋਕ ਲਗਾਤੀ। ਉਹਦੇ ਲਈ ਐਕਟ ਪਾਸ ਕੀਤਾ ਇੰਡੀਅਨ ਆਫੀਸ਼ੀਅਲ ਸੀਕ੍ਰੇਟਸ ਐਕਟ। ਸੋ ਇਹ ਵੀ ਬਹੁਤ ਵਾਰੀ ਡਾਇਰੈਕਟਲੀ ਐਗਜ਼ਾਮ ਵਿੱਚ ਆਉਂਦਾ, ਇਹਦਾ ਈਅਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ 1897 ਵਿੱਚ ਬਿਨਾਂ ਕੋਈ ਟਰਾਇਲ ਕੀਤੇ, ਨਾ ਹੀ ਕੋਈ ਚਾਰਜ ਪਬਲਿਕਲੀ ਅਨਾਉਂਸ ਕੀਤਾ, ਨੱਥੂ ਬ੍ਰਦਰਸ ਨੂੰ ਡਿਪੋਰਟ ਕਰਤਾ। ਸੋ ਇਹ ਤੋਂ ਬਾਅਦ ਵੀ ਲੋਕਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਰੋਸ਼ ਆ ਗਿਆ। 1897 ਵਿੱਚ ਲੋਕਮਾਨਿਆ ਤਿਲਕ ਤੇ ਹੋਰ ਬਹੁਤ ਸਾਰੇ ਨਿਊਜ਼ਪੇਪਰ ਐਡੀਟਰਸ ਨੂੰ ਜੇਲ੍ਹ ਭੇਜਿਆ ਗਿਆ ਇਹ ਕਹਿ ਕੇ ਕਿ ਉਹ ਫੋਰਨ ਗਵਰਨਮੈਂਟ ਜੋ ਬ੍ਰਿਟਿਸ਼ ਸਰਕਾਰ ਸੀ ਉਹਦੇ ਖਿਲਾਫ ਲੋਕਾਂ ਨੂੰ ਭੜਕਾ ਰਹੇ ਨੇ। ਸੋ ਇਸ ਤਰ੍ਹਾਂ ਦੇ ਭੜਕਾਊ ਭਾਸ਼ਣ ਅਖਬਾਰਾਂ ਦੇ ਵਿੱਚ ਛਾਪ ਰਹੇ ਨੇ। ਮੋਡਰੇਟ ਲੀਡਰ ਗੋਖਲੇ ਇਹਨਾਂ ਨੇ ਕੰਪਲੇਨ ਕੀਤੀ ਕਿ ਜਿਹੜੀ ਬਿਊਰੋਕ੍ਰੇਸੀ ਸੀ, ਸਰਕਾਰ ਸੀ ਉਸ ਸਮੇਂ ਦੀ, ਉਹ ਬਹੁਤ ਹੀ ਜ਼ਿਆਦਾ ਸੈਲਫਿਸ਼ ਹੋ ਰਹੀ ਸੀ। Nationalists taught the people that the remedy to their sad condition lay in their own hand। ਸੋ ਜਿਹੜੇ ਨੈਸ਼ਨਲਿਸਟ ਸੀ
ਜਿਹੜੇ ਮੇਨ ਅੱਗੇ ਲੀਡ ਕਰ ਰਹੇ ਸੀ ਦੇਸ਼ ਦੀ ਆਜ਼ਾਦੀ ਵਾਲੀ ਅੰਦੋਲਨ ਨੂੰ, ਮੂਵਮੈਂਟ ਨੂੰ, ਜਿਵੇਂ ਤਿਲਕ ਹੋ ਗਏ, ਬਿਪਿਨ ਚੰਦਰ ਪਾਲ ਹੋ ਗਏ। ਇਹਨਾਂ ਨੇ ਲੋਕਾਂ ਨੂੰ ਸਿਖਾਇਆ ਕਿ ਆਪਣੇ ਵਿੱਚ ਇੱਕ ਤਾਂ ਆਤਮ ਵਿਸ਼ਵਾਸ ਰੱਖੋ, ਆਪਣੀ ਜਿਹੜੀ ਤੁਹਾਡੀ ਸੈਲਫ ਰਿਸਪੈਕਟ ਹੈ, ਡਿਗਨਿਟੀ ਹੈ, ਇਹਨੂੰ ਨੀਚੇ ਨਾ ਗਿਰਨ ਦਿਓ। ਸੋ ਲੋਕਾਂ ਨੂੰ ਇਸ ਤਰ੍ਹਾਂ ਦੇ ਮੈਸੇਜ ਦਿੱਤੇ, ਉਹਨਾਂ ਨੂੰ ਸਟਰੋਂਗ ਬਣਨ ਲਈ ਕਿਹਾ, ਉਹਨਾਂ ਨੂੰ ਫੀਅਰਲੈਸ ਨਿਡਰ ਬਣਨ ਲਈ ਕਿਹਾ। ਸੋ ਉਦੋਂ ਸਟਾਰਟ ਹੁੰਦੀ ਹੈ ਆਪਣੀ ਮੇਨ ਆਜ਼ਾਦੀ ਦੀ ਲੜਾਈ। ਤੇ ਇਹਦੇ ਵਿੱਚ ਹੀ ਸਵਾਮੀ ਵਿਵੇਕਾਨੰਦ ਜੀ ਨੇ ਵੀ ਬਹੁਤ ਹੀ ਵਧੀਆ ਆਪਣੇ ਵਿਚਾਰ ਦਿੱਤੇ, ਲੋਕਾਂ ਨੂੰ ਹੋਰ ਜ਼ਿਆਦਾ ਸਟਰੋਂਗ ਕੀਤਾ। ਉਹਨਾਂ ਨੇ ਕਿਹਾ ਦੀ ਓਨਲੀ ਹੋਪ ਆਫ ਇੰਡੀਆ ਇਜ਼ ਫਰੋਮ ਦ ਮਾਸਿਸ। ਇੰਡੀਆ ਨੂੰ ਸਿਰਫ ਔਰ ਸਿਰਫ ਲੋਕਾਂ ਤੋਂ ਹੀ ਆਸ ਹੈ। ਜਿਹੜੇ ਅੱਪਰ ਕਲਾਸ ਦੇ ਲੋਕ ਨੇ ਉਹ ਤਾਂ ਹੁਣ ਫਿਜ਼ੀਕਲੀ ਤੇ ਮੋਰਲੀ ਮਰ ਚੁੱਕੇ ਨੇ। ਸੋ ਅਸਲੀ ਜਿਹੜੇ ਨਾਰਮਲ ਪਬਲਿਕ ਹੈ ਹੁਣ ਉਹਨਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਸੋ ਜਦੋਂ ਤੋਂ ਇਹ ਨੈਸ਼ਨਲ ਮੂਵਮੈਂਟ ਸਟਾਰਟ ਹੋਈ, ਇੱਕ ਅਲੱਗ ਤੋਂ ਗਰੁੱਪ ਚੱਲ ਰਿਹਾ ਸੀ ਜਿਹਨੂੰ ਨਾਮ ਦਿੱਤਾ ਗਿਆ ਮਿਲੀਟੈਂਟ ਨੈਸ਼ਨਲ ਸਕੂਲ। ਬੇਸਿਕਲੀ ਇਹਨਾਂ ਦਾ ਜਿਹੜਾ ਸਰਕਾਰ ਦੇ ਖਿਲਾਫ ਰੋਸ ਦਿਖਾਉਣ ਦਾ ਤਰੀਕਾ ਸੀ ਉਹ ਥੋੜਾ ਜਿਹਾ ਵਾਇਲੈਂਟ ਨੇਚਰ ਦਾ ਸੀ। ਇਹ ਥੋੜੇ ਜਿਹੇ ਵਾਇਲੈਂਟ ਅਪਰੋਚ ਰੱਖਦੇ ਸੀ। ਸੋ ਜਿਹੜਾ ਅਲੱਗ ਤੋਂ ਇਹ ਮਿਲੀਟੈਂਟ ਨੈਸ਼ਨਲਿਜ਼ਮ ਵਾਲਾ ਸਕੂਲ ਚੱਲ ਰਿਹਾ ਸੀ, ਇਹਨੂੰ ਮੇਨ ਲੀਡ ਕਰ ਰਹੇ ਸੀ ਜਿਹੜੇ ਸਭ ਤੋਂ ਆਊਟਸਟੈਂਡਿੰਗ ਰੈਪ੍ਰੈਜ਼ੈਂਟੇਟਿਵ ਸੀ, ਉਹ ਸੀ ਬਾਲ ਗੰਗਾਧਰ ਤਿਲਕ। ਬਾਕੀ ਹੋਰ ਇਸ ਸਕੂਲ ਦੇ ਮੇਨ ਲੀਡਰ ਸੀ ਰਾਜ ਨਾਰਾਇਣ ਬੋਸ, ਅਸ਼ਵਨੀ ਕੁਮਾਰ ਦੱਤ ਬੰਗਾਲ ਵਿੱਚ, ਵਿਸ਼ਨੂੰ ਸ਼ਾਸਤਰੀ ਚਿਪਲੰਕਰ ਮਹਾਰਾਸ਼ਟਰ ਵਿੱਚ। ਸੋ ਬਾਲ ਗੰਗਾਧਰ ਤਿਲਕ ਨੇ 1880 ਵਿੱਚ ਨਿਊ ਇੰਗਲਿਸ਼ ਸਕੂਲ ਇਹਦੀ ਫਾਊਂਡੇਸ਼ਨ ਦੇ ਸਮੇਂ ਹੈਲਪ ਕੀਤੀ, ਜਿਹੜਾ ਬਾਅਦ ਵਿੱਚ ਫਰਗੂਸਨ ਕਾਲਜ ਬਣਿਆ। ਨਾਲ ਹੀ ਇਹਨਾਂ ਨੇ ਦੋ ਬਹੁਤ ਹੀ ਇੰਪੋਰਟੈਂਟ ਨਿਊਜ਼ਪੇਪਰਸ ਪਬਲਿਸ਼ ਕਰਵਾਏ, ਇੱਕ ਮਰਾਠਾ ਅੰਗਰੇਜ਼ੀ ਦੇ ਵਿੱਚ, ਇੰਗਲਿਸ਼ ਵਿੱਚ, ਦੂਜਾ ਮਰਾਠੀ ਵਿੱਚ ਕੇਸਰੀ। ਸੋ ਇਹ ਦੋ ਨਿਊਜ਼ਪੇਪਰਸ ਦੇ ਨਾਮ ਬਾਲ ਗੰਗਾਧਰ ਤਿਲਕ ਦੇ ਨਾਮ ਦੇ ਨਾਲ ਜੁੜੇ ਹੋਏ ਨੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਬਾਰ-ਬਾਰ ਐਗਜ਼ਾਮ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ। 1893 ਵਿੱਚ ਇਹਨਾਂ ਨੇ ਜਿਹੜਾ ਇੱਕ ਟ੍ਰੈਡੀਸ਼ਨਲ ਪੁਰਾਣੇ ਸਮੇਂ ਤੋਂ ਹੀ ਰਿਲੀਜੀਅਸ ਗਣਪਤੀ ਫੈਸਟੀਵਲ ਚੱਲਦਾ ਸੀ, ਉਹਦੇ ਜ਼ਰੀਏ ਵੀ ਲੋਕਾਂ ਤੱਕ ਜਿਹੜੇ ਆਪਣੇ ਨੈਸ਼ਨਲਿਸਟ ਵਿਚਾਰ ਸੀ ਗਾਣਿਆਂ ਦੇ ਜ਼ਰੀਏ, ਸਪੀਚ ਦੇ ਥਰੂ ਪਹੁੰਚਾਉਣੇ ਸ਼ੁਰੂ ਕੀਤੇ। 1895 ਵਿੱਚ ਇਹਨਾਂ ਨੇ ਸ਼ਿਵਾਜੀ ਫੈਸਟੀਵਲ ਸ਼ੁਰੂ ਕੀਤਾ, ਜਿਹਦੇ ਵਿੱਚ ਇਹਨਾਂ ਨੇ ਜਿਹੜੇ ਯੰਗ ਮਹਾਰਾਸ਼ਟਰੀਅਨ ਸੀਗੇ ਉਹਨਾਂ ਦੇ ਅੰਦਰ ਨੈਸ਼ਨਲਿਜ਼ਮ ਦੀ ਭਾਵਨਾ ਨੂੰ ਇਨਕਲਕੇਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਇਹਨਾਂ ਨੇ ਸ਼ਿਵਾਜੀ ਦੀਆਂ ਬਹਾਦਰੀ ਦੇ ਲੋਕਾਂ ਨੂੰ ਐਗਜ਼ਾਮਪਲਾਂ ਦਿੱਤੀਆਂ, ਕਿੱਸੇ ਦੱਸੇ, ਜਿਹਦੇ ਨਾਲ ਯੂਥ ਦੇ ਵਿੱਚ ਸਪੈਸ਼ਲੀ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਅੰਦਰ ਇੱਕ ਸਟਰੋਂਗ ਤੇ ਨਿਡਰ ਬਣਨ ਦੀ ਜਿਹੜੀ ਭਾਵਨਾ ਹੈ ਉਹ ਪੈਦਾ ਹੋਵੇ। 1896-87 ਦੇ ਸਮੇਂ ਇਹਨਾਂ ਨੇ ਇੱਕ ਨੋ ਟੈਕਸ ਕੈਂਪੇਨ ਵੀ ਸਟਾਰਟ ਕੀਤਾ ਮਹਾਰਾਸ਼ਟਰ ਵਿੱਚ। ਸੋ ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ। ਮੋਸਟ ਆਊਟਸਟੈਂਡਿੰਗ ਲੀਡਰ ਸੀ ਜਿਹੜੇ ਮਿਲੀਟੈਂਟ ਨੈਸ਼ਨਲਿਜ਼ਮ ਦੇ, ਲੋਕ ਮੰਨਿਆ ਤਿਲਕ ਤੋਂ ਬਿਨਾਂ, ਉਹ ਸੀ ਬਿਪਿਨ ਚੰਦਰ ਪਾਲ, ਔਰੋਬਿੰਦੋ ਘੋਸ਼ ਤੇ ਲਾਲਾ ਲਾਜਪਤ ਰਾਏ। ਸੋ ਇਹ ਤਿੰਨ ਚਾਰ ਇੰਪੋਰਟੈਂਟ ਨਾਮ ਨੇ ਜੋ ਮਿਲੀਟੈਂਟ ਨੈਸ਼ਨਲ ਸਕੂਲ ਦੇ ਨਾਲ ਜੁੜੇ ਹੋਏ ਨੇ, ਜੋ ਤੁਸੀਂ ਯਾਦ ਰੱਖਣੇ ਹਨ। ਨੈਕਸਟ ਹੈ ਪਾਰਟੀਸ਼ਨ ਆਫ ਬੰਗਾਲ। ਪਹਿਲਾ ਇਹ ਜਿਹਾ ਮੇਨ ਇਵੈਂਟ ਜਿਹਨੇ ਮਿਲੀਟੈਂਟ ਨੈਸ਼ਨਲਿਜ਼ਮ ਨੂੰ ਓਪਨਲੀ ਐਮਰਜ ਕਰਤਾ, ਓਪਨਲੀ ਬਾਹਰ ਆਉਣ ਲਈ ਮਜਬੂਰ ਕਰਤਾ। 1905 ਵਿੱਚ ਸਰਕਾਰ ਨੇ ਅਨਾਉਂਸ ਕੀਤਾ ਕਿ ਬੰਗਾਲ ਨੂੰ ਪਾਰਟੀਸ਼ਨ ਕੀਤੀ ਜਾਊਗੀ, ਬੰਗਾਲ ਦੇ ਦੋ ਹਿੱਸੇ ਕੀਤੇ ਜਾਣਗੇ। ਇਹਨੇ ਲੋਕਾਂ ਦੇ ਜਿਹੜੀ ਭਾਵਨਾ ਹੈ ਉਹਨੂੰ ਬਹੁਤ ਹੀ ਬੁਰੀ ਤਰ੍ਹਾਂ ਠੇਸ ਪਹੁੰਚਾਈ। ਲੋਕਾਂ ਨੂੰ ਲੱਗਿਆ ਕਿ ਸਾਨੂੰ ਹੁਣੇ ਅਲੱਗ ਕਰਨ ਬਾਰੇ ਜਿਹੜੀ ਸਾਜ਼ਿਸ਼ ਸ਼ੁਰੂ ਹੋ ਚੁੱਕੀ ਹੈ। 20 ਜੁਲਾਈ 1905 ਨੂੰ ਲਾਰਡ ਕਰਜ਼ਨ ਨੇ ਇੱਕ ਆਰਡਰ ਇਸ਼ੂ ਕੀਤਾ, ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਬੰਗਾਲ ਦੇ ਦੋ ਹਿੱਸੇ ਕੀਤੇ ਜਾਣਗੇ, ਇੱਕ ਹੋਊਗਾ ਈਸਟ ਬੰਗਾਲ, ਦੂਜਾ ਹੋਊਗਾ ਅਸਾਮ। ਸਰਕਾਰ ਨੇ ਜਿਹੜਾ ਬਹਾਨਾ ਲਾਇਆ ਉਹ ਇਹ ਸੀ ਕਿ ਜਿਹੜਾ ਮੌਜੂਦਾ ਬੰਗਾਲ ਪ੍ਰੋਵਿੰਸ ਹੈ ਉਹ ਬਹੁਤ ਵੱਡਾ ਤੇ ਇੱਕ ਇਕੱਲੀ ਪ੍ਰੋਵਿੰਸ਼ੀਅਲ ਸਰਕਾਰ ਇਹਨੂੰ ਚਲਾ ਨਹੀਂ ਸਕਦੀ ਪ੍ਰੋਪਰਲੀ। ਜਿਹੜੇ ਆਫੀਸ਼ੀਅਲ ਸੀ who worked out the plan had also other political end, ਬਾਕੀ ਉਹਨਾਂ ਦੇ ਕੁਝ ਹੋਰ ਪੋਲੀਟੀਕਲ ਕਾਰਨ ਵੀ ਸੀ ਜੋ ਉਹਨਾਂ ਨੇ ਨਾਲ ਦੱਸੇ ਜਦੋਂ ਇਹ ਆਰਡਰ ਦਿੱਤਾ ਬੰਗਾਲ ਨੂੰ ਡਿਵਾਈਡ ਕਰਨ ਦਾ। ਉਸ ਤੋਂ ਬਾਅਦ ਬੰਗਾਲ ਦੀ ਇਸ ਪਾਰਟੀਸ਼ਨ ਨੂੰ, ਡਿਵੀਜ਼ਨ ਨੂੰ ਰੋਕਣ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਅੰਦੋਲਨ ਚੱਲ ਪਿਆ, ਬਹੁਤ ਹੀ ਜ਼ਿਆਦਾ ਰੋਸ਼ ਦੇ ਨਾਲ ਅੰਦੋਲਨ ਚੱਲਿਆ, ਜਿਹੜਾ ਸਟਾਰਟ ਹੋਇਆ 7 ਅਗਸਤ 1905 ਨੂੰ। ਇਸ ਦਿਨ ਕੀ ਕੀਤਾ ਗਿਆ, ਇੱਕ ਮੈਸਿਵ ਡੈਮੋਨਸਟ੍ਰੇਸ਼ਨ ਹੋਈ, ਬਹੁਤ ਲੋਕਾਂ ਦੀ ਭੀੜ ਇਕੱਠੀ ਹੋਈ ਪਾਰਟੀਸ਼ਨ ਦੇ ਅਗੇਂਸਟ। ਲੋਕ ਇਕੱਠੇ ਹੋਏ ਇਹਦੇ ਅਗੇਂਸਟ ਆਵਾਜ਼ ਉਠਾਉਣ ਦੇ ਲਈ। ਕਿੱਥੇ? ਟਾਊਨ ਹਾਲ ਕੈਲਕੱਤਾ। ਸੋ ਇਹ ਵੀ ਕੁਐਸਚਨ ਤੁਸੀਂ ਯਾਦ ਕਰੋ ਕਿ 7 ਅਗਸਤ 1905 ਨੂੰ ਐਂਟੀ ਪਾਰਟੀਸ਼ਨ ਮੂਵਮੈਂਟ ਦੀ ਸ਼ੁਰੂਆਤ ਕਿੱਥੋਂ ਹੋਈ। ਸੋ ਇਹਦੀ ਸ਼ੁਰੂਆਤ ਹੋਈ ਸੀ ਟਾਊਨ ਹਾਲ ਕੈਲਕੱਤਾ ਤੋਂ। ਜਿਹੜੀ ਬੰਗਾਲ ਦੀ ਪਾਰਟੀਸ਼ਨ ਸੀ ਉਹ 16 ਅਕਤੂਬਰ 1905 ਤੋਂ ਲਾਗੂ ਹੋ ਜਾਣੀ ਸੀ, ਇਫੈਕਟ ਦੇ ਵਿੱਚ ਆ ਜਾਣੀ ਸੀ। ਸੋ ਲੋਕਾਂ ਨੇ ਕੀ ਕੀਤਾ,
ਸਰਕਾਰ ਨੂੰ ਜਗਾਉਣ ਦੇ ਲਈ, ਸਰਕਾਰ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਆਪਸ ਦੇ ਵਿੱਚ ਇੱਕ ਹਾਂ, ਸਾਨੂੰ ਕਦੇ ਕੋਈ ਤੋੜ ਨਹੀਂ ਸਕਦਾ, ਕੋਈ ਵੀ ਸਾਨੂੰ ਪਾਰਟੀਸ਼ਨ ਵੱਖ ਨਹੀਂ ਕਰ ਸਕਦੀ। ਲੋਕਾਂ ਨੇ ਹੜਤਾਲ ਕੀਤੀਆਂ, ਗਾਣੇ ਲਿਖੇ। ਇਹੀ ਮੇਨ ਸਿਨੈਰੀਓ ਸੀ ਜਦੋਂ ਰਵਿੰਦਰਨਾਥ ਟੈਗੋਰ ਜੀ ਨੇ ਆਪਣਾ ਨੈਸ਼ਨਲ ਸੌਂਗ ਹੈ ਜਿਹੜਾ ਕੰਪੋਜ਼ ਕੀਤਾ, ਅਮਰ ਸੋਨਾਰ ਬੰਗਲਾ ਫॉर द ਓਕੇਜ਼ਨ। ਅਲੱਗ-ਅਲੱਗ ਜਗ੍ਹਾ ਤੇ ਇਹਨੂੰ ਲੋਕਾਂ ਨੇ ਗਲੀਆਂ ਦੇ ਵਿੱਚ ਪਰੇਡ ਕਰਦੇ ਹੋਏ ਗਾਇਆ। ਉਸ ਤੋਂ ਬਾਅਦ ਇੱਕ ਸੈਰੇਮਨੀ ਆਰਗੇਨਾਈਜ਼ ਕੀਤੀ ਗਈ ਰਕਸ਼ਾ ਬੰਧਨ ਦੀ, ਜਿਹਦੇ ਵਿੱਚ ਹਿੰਦੂ ਤੇ ਮੁਸਲਿਮ ਨੇ ਆਪਸ ਦੇ ਵਿੱਚ ਇੱਕ ਦੂਜੇ ਦੇ ਰੱਖੜੀ ਬੰਨ੍ਹ ਕੇ ਇਹ ਦਰਸਾਇਆ, ਇੱਕ ਸਿੰਬਲ ਦੇ ਤੌਰ ਤੇ ਪ੍ਰਗਟ ਕੀਤਾ ਕਿ ਜਿਹੜੀ ਸਾਡੀ ਆਪਸ ਦੀ ਬੰਗਾਲੀਆਂ ਦੀ ਏਕਤਾ ਹੈ, ਯੂਨਿਟੀ ਹੈ, ਉਹ ਕਦੇ ਵੀ ਟੁੱਟ ਨਹੀਂ ਸਕਦੀ। ਸੋ ਉਸ ਤੋਂ ਬਾਅਦ ਜਦੋਂ ਇਹ ਬੰਗਾਲ ਵਾਲਾ ਇਨਸੀਡੈਂਟ ਹੋਇਆ ਪਾਰਟੀਸ਼ਨ ਦਾ, ਤਾਂ ਲੋਕਾਂ ਨੇ ਇਹ ਸੋਚ ਲਿਆ ਕਿ ਹੁਣ ਟਾਈਮ ਆ ਗਿਆ ਕਿ ਅਸੀਂ ਪੂਰੀ ਤਰ੍ਹਾਂ ਬॉयकॉट ਕਰੀਏ, ਅਸੀਂ ਆਪਣੀ ਖੁਦ ਦੀ ਇੱਕ ਸਰਕਾਰ ਦੀ ਮੰਗ ਉਠਾਈਏ। ਮਾਸ ਮੀਟਿੰਗਸ ਵਰ ਹੈਲਡ ਆਲ ਓਵਰ ਬੰਗਾਲ। ਬੰਗਾਲ 'ਚ ਅਲੱਗ-ਅਲੱਗ ਜਗ੍ਹਾ ਉੱਤੇ ਮੀਟਿੰਗਸ ਹੋਈਆਂ, ਜਿੱਥੇ ਇਹ ਕਿਹਾ ਗਿਆ ਕਿ ਆਪਾਂ ਅੰਗਰੇਜ਼ਾਂ ਦੇ ਬਣਾਏ ਹੋਏ ਜਿਹੜੇ ਗੁੱਡਸ ਨੇ, ਕੋਈ ਵੀ ਸਮਾਨ ਹੈ, ਚਾਹੇ ਕੋਈ ਕੱਪੜਾ, ਕੋਈ ਹੋਰ ਸਮਾਨ ਹੈ, ਉਹਨੂੰ ਵਰਤਣਾ ਨਹੀਂ ਹੈ, ਸਿਰਫ ਔਰ ਸਿਰਫ ਇੰਡੀਅਨ ਗੁੱਡਸ ਨੂੰ ਹੀ ਯੂਜ਼ ਕਰਾਂਗੇ। ਕਿਉਂਕਿ ਇਹਦੇ ਪਿੱਛੇ ਮੇਨ ਮਕਸਦ ਸੀ ਕਿ ਜਦੋਂ ਅੰਗਰੇਜ਼ਾਂ ਨੂੰ ਇਕਨੋਮਿਕਲੀ ਪੈਸੇ ਦੇ ਵਜੋਂ ਨੁਕਸਾਨ ਹੋਣਾ ਸ਼ੁਰੂ ਹੋਊਗਾ, ਤਾਂ ਸ਼ਾਇਦ ਉਹ ਆਪਣੀਆਂ ਮੰਗਾਂ ਵੱਲ ਧਿਆਨ ਦੇਣ। ਸੋ ਸਵਦੇਸ਼ੀ ਉਰੋਂ ਹੀ ਉੱਠੀ ਹੈ। ਤੁਸੀਂ ਯਾਦ ਰੱਖਣਾ ਹੈ ਕਿ ਜਿਹੜੀ ਪਾਰਟੀਸ਼ਨ ਬੰਗਾਲ ਦੀ ਜਦੋਂ 1905 ਵਿੱਚ ਉਹ ਇਨਸੀਡੈਂਟ ਹੋਇਆ, ਉਸ ਤੋਂ ਬਾਅਦ ਸਵਦੇਸ਼ੀ ਦਾ ਜਿਹੜਾ ਮੇਨ ਕਨਸੈਪਟ ਹੈ ਇਹ ਅਰਾਈਜ਼ ਹੁੰਦਾ ਹੈ। ਸੋ ਬਾਇਕਾਟ ਆਫ ਬ੍ਰਿਟਿਸ਼ ਗੁੱਡਸ ਵਰ ਪ੍ਰੋਕਲੇਮਡ ਪਲੈਜ, ਲੋਕਾਂ ਨੇ ਸ਼ਪਥ ਲੈ ਲਈ। ਸੈਲਫ ਰਿਲਾਇੰਸ, ਲੋਕਾਂ ਨੇ ਕਿਹਾ ਕਿ ਆਪਾਂ ਨੇ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਨੀ ਹੈ। ਨੈਸ਼ਨਲ ਡਿਗਨਿਟੀ, ਆਨਰ, ਸੈਲਫ ਕੌਨਫੀਡੈਂਸ, ਇਹ ਚੀਜ਼ਾਂ ਨੂੰ ਆਪਣੇ ਅੰਦਰ ਲੈ ਕੇ ਆਓ। ਆਚਾਰਿਆ ਪੀਸੀ ਰੇ, ਇਹਨਾਂ ਨੇ ਫੇਮਸ ਬੰਗਾਲ ਕੈਮੀਕਲ ਸਵਦੇਸ਼ੀ ਸਟੋਰ ਆਰਗੇਨਾਈਜ਼ ਕੀਤਾ। ਉਸ ਤੋਂ ਬਾਅਦ ਬਹੁਤ ਸਾਰੇ ਅਲੱਗ-ਅਲੱਗ ਪੈਟਰੀਓਟਿਕ ਦੇਸ਼ ਭਗਤੀ ਵਾਲੇ ਸੌਂਗ ਲਿਖੇ ਗਏ ਅਲੱਗ-ਅਲੱਗ ਪੋਇਟਸ ਦੇ ਦੁਆਰਾ, ਜਿਹਦੇ ਨਾਲ ਲੋਕਾਂ ਦੇ ਅੰਦਰ ਇੱਕ ਜਨੂਨ ਪੈਦਾ ਕੀਤਾ ਜਾਵੇ ਕਿ ਉਹ ਡੋਲ ਨਾ ਸਕਣ। ਰਵਿੰਦਰਨਾਥ ਟੈਗੋਰ ਜੀ ਨੇ ਲਿਖੇ, ਰਜਨੀਕਾਂਤ ਸੇਨ, ਸੈयद ਅਬੂ ਮੁਹੰਮਦ, ਮੁਕੁੰਦ ਦਾਸ। ਦੈਨ ਇੱਕ ਹੋਰ ਇੰਪੋਰਟੈਂਟ ਚੀਜ਼ ਹੈ, ਨੈਸ਼ਨਲ ਐਜੂਕੇਸ਼ਨਲ ਇੰਸਟੀਟਿਊਸ਼ਨ ਸੀ ਜਿਹੜੇ, ਜਿੱਥੇ ਲਿਟਰੇਰੀ, ਟੈਕਨੀਕਲ, ਫਿਜ਼ੀਕਲ ਐਜੂਕੇਸ਼ਨ ਦਾ ਕੰਮ ਦਿੱਤਾ ਜਾਂਦਾ ਸੀ, ਉਹਨਾਂ ਨੂੰ ਖੋਲਿਆ ਨੈਸ਼ਨਲਿਸਟ ਨੇ। ਸੋ ਇਹ ਵੀ ਕਿਹਾ ਗਿਆ ਕਿ ਆਪਾਂ ਨੇ ਬ੍ਰਿਟਿਸ਼ਰਸ ਦੀ ਕੋਈ ਵੀ ਕਚਹਿਰੀ, ਕੋਈ ਵੀ ਆਫਿਸ, ਕਿਸੇ ਵੀ ਚੀਜ਼ ਵਿੱਚ ਕੰਮ ਨਹੀਂ ਕਰਨਾ, ਕਿਸੇ ਚੀਜ਼ 'ਚ ਆਪਾਂ ਨੇ ਪਾਰਟਿਸਿਪੇਟ ਨਹੀਂ ਕਰਨਾ। 15 ਅਗਸਤ 1906 ਨੂੰ ਇੱਕ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਸੈਟਅਪ ਕੀਤਾ ਗਿਆ, ਇੱਕ ਨੈਸ਼ਨਲ ਕਾਲਜ ਜਿਹਦੇ ਔਰੋਬਿੰਦੂ ਘੋਸ਼ ਪ੍ਰਿੰਸੀਪਲ ਬਣਾਏ ਗਏ, ਉਹ ਵੀ ਸਟਾਰਟ ਕੀਤਾ ਕੈਲਕੱਟਾ ਵਿੱਚ। ਸੋ ਇਹ ਦੋ ਹੋਰ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ। ਨੈਕਸਟ ਹੈ ਰੈਵੋਲੂਸ਼ਨਰੀ ਐਕਟੀਵਿਟੀਜ਼। ਸੋ ਲੋਕਾਂ ਨੂੰ ਹੁਣ ਸ਼ਾਂਤਮਈ ਤਰੀਕਾ ਪਤਾ ਲੱਗ ਗਿਆ ਕਿ ਉਹਦੇ ਨਾਲ ਅੰਗਰੇਜ਼ਾਂ ਨੇ ਮੰਨਣਾ ਨਹੀਂ। ਹੁਣ ਉਹਨਾਂ ਨੇ ਬਦਲਾਅ ਲੈ ਕੇ ਆਉਣ ਦੇ ਲਈ ਟੈਰਰਿਜ਼ਮ ਨੂੰ ਅਪਣਾ ਲਿਆ। ਸੋ ਅਲੱਗ-ਅਲੱਗ ਜਗ੍ਹਾ ਦੇ ਉੱਤੇ ਟੈਰਰਿਸਟ ਅਟੈਕ ਕਰਨੇ ਸਟਾਰਟ ਕਰਤੇ। ਜਿਹੜਾ ਬੰਗਾਲ ਦਾ ਯੂਥ ਸੀ, found all avenues of peaceful protest and political action blocked. Out of desperation, they fell back upon individual heroic action. ਹੁਣ ਜਿਹੜਾ ਬੰਗਾਲ ਦਾ ਯੂਥ ਸੀ ਸਪੈਸ਼ਲੀ, ਉਹਨੂੰ ਇਹ ਲੱਗਿਆ ਕਿ ਅਸੀਂ ਜਿੰਨੇ ਵੀ ਸ਼ਾਂਤਮਈ ਪ੍ਰੋਟੈਸਟ ਕਰਕੇ ਦੇਖ ਲਏ, ਧਰਨੇ ਲਗਾ ਕੇ ਦੇਖ ਲਏ, ਸਾਡੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਉਹ ਆਪਣੇ ਅੰਦਰ ਖੁਦ ਇੱਕ ਹੀਰੋਇਕ ਐਕਸ਼ਨ ਲੈਣ ਦੇ ਲਈ ਤਿਆਰ ਸੀ। ਯੁਗੰਤਰ ਦੇ ਵਿੱਚ ਲਿਖਿਆ ਗਿਆ 22 ਅਪ੍ਰੈਲ 1906 ਨੂੰ ਜਦੋਂ ਬਰਿਸਲ ਕਾਨਫਰੰਸ ਹੋਈ, ਉਸ ਤੋਂ ਬਾਅਦ ਕਿ ਜਿਹੜੀ ਰੈਮੇਡੀ ਹੈ, ਇੱਕ ਹੀ ਤਰੀਕਾ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦਾ, ਉਹਨੇ ਲੋਕ ਖੁਦ। ਜੇ ਆਪਾਂ 30 ਕਰੋੜ ਲੋਕ ਆ ਜਿਹੜੇ ਇੰਡੀਆ 'ਚ ਰਹਿ ਰਹੇ ਆ, ਇਹਨਾਂ ਦੇ ਕੋਲ 60 ਕਰੋੜ ਹੱਥ ਹੋ ਗਏ। ਸੋ ਇਹ ਬਹੁਤ ਹੀ ਵੱਡੀ ਤਾਕਤ ਹੈ ਅੰਗਰੇਜ਼ਾਂ ਨੂੰ ਸਪਰੈਸ ਕਰਨ ਦੇ ਲਈ। ਸੋ ਫੋਰਸ ਮਸਟ ਬੀ ਸਟਾਪਡ ਬਾਈ ਫੋਰਸ। ਸੋ ਇਹ ਜਿਹੜੀ ਮੇਨ ਸਟੇਟਮੈਂਟ ਦਿੱਤੀ ਸੀ ਬਰਿਸਲ ਕਾਨਫਰੰਸ ਤੋਂ ਬਾਅਦ ਯੁਗੰਤਰ ਦੇ ਵਿੱਚ। Instead, they decided to copy the method of Irish terrorists and Russian nihilists, that is to assassinate unpopular official. So Indians ਨੇ ਜਿਹੜੇ ਫੋਰਨ ਦੇ ਟੈਰਰਿਸਟ ਸੀ, ਉਹਨਾਂ ਦੇ ਜੋ ਤਰੀਕੇ ਸੀ ਉਹਨਾਂ ਨੂੰ ਅਪਣਾਉਣ ਬਾਰੇ ਸੋਚਿਆ। ਸਟਾਰਟਿੰਗ ਵਿੱਚ ਜਦੋਂ ਇਹ ਡਾਇਰੈਕਸ਼ਨ ਦੇ ਵਿੱਚ ਪਹੁੰਚੇ 1897, ਤਾਂ ਚਾਪੇਕਰ ਬ੍ਰਦਰਜ਼ ਨੇ 2 ਅਨਪੋਪੂਲਰ ਬ੍ਰਿਟਿਸ਼ ਆਫੀਸ਼ੀਅਲਸ ਨੂੰ ਅਸੈਸੀਨੇਟ ਕੀਤਾ ਸੀ, ਤੇ ਜਿਹੜਾ ਅਸੈਸੀਨੇਟ ਕਰਨ ਦਾ ਤਰੀਕਾ ਸੀ, ਇਹ ਉਹਨਾਂ ਨੇ ਇੰਸਪਾਇਰ ਹੋਏ ਸੀ ਰਸ਼ੀਅਨ ਤੇ ਇਰਿਸ਼ ਟੈਰਰਿਸਟ ਤੋਂ। 1904 ਵਿੱਚ ਵੀਡੀ ਸਵਰਕਰ ਨੇ ਅਭਿਨਵ ਭਾਰਤ, ਇੱਕ ਸੀਕ੍ਰੇਟ ਸੋਸਾਇਟੀ ਤਿਆਰ ਕੀਤੀ ਰੈਵੋਲੂਸ਼ਨਰੀਜ਼ ਦੀ, ਅੰਦੋਲਨਕਾਰੀਜ਼ ਦੀ। ਸੋ ਇਹਨੂੰ ਆਰਗੇਨਾਈਜ਼ ਕੀਤਾ ਸੀ ਵੀਡੀ ਸਵਰਕਰ ਨੇ। ਇਹ ਵੀ ਕੁਐਸਚਨ ਬਹੁਤ ਵਾਰੀ ਡਾਇਰੈਕਟਲੀ ਐਗਜ਼ਾਮ ਵਿੱਚ ਆਉਂਦਾ, ਅਭਿਨਵ ਭਾਰਤ ਸੀਕ੍ਰੇਟ ਸੋਸਾਇਟੀ ਆਫ ਰੈਵੋਲੂਸ਼ਨਰੀ ਕਿਹਦੇ ਨਾਲ ਰਿਲੇਟਡ ਹੈ।
ਸੋ ਇਹ ਹੈ VD ਸਵਰਕਰ ਨਾਲ ਰਿਲੇਟਡ 1904। ਦਸੰਬਰ 1907 ਵਿੱਚ ਲੈਫਟੀਨੈਂਟ ਗਵਰਨਰ ਬੰਗਾਲ ਦੇ ਲਾਈਫ ਦੇ ਉੱਤੇ ਇੱਕ ਅਟੈਂਪਟ ਕੀਤਾ ਗਿਆ। 1908 ਅਪ੍ਰੈਲ ਵਿੱਚ ਖੁਦੀਰਾਮ ਬੋਸ ਤੇ ਪ੍ਰਫੁੱਲ ਚਾਕੀ ਨੇ ਇੱਕ ਕੈਰੇਜ ਦੇ ਉੱਤੇ ਬੰਬ ਸਿੱਟਿਆ, ਜਿਹੜਾ ਉਹਨਾਂ ਨੂੰ ਕੈਰੇਜ ਲੱਗ ਰਿਹਾ ਸੀ ਕਿ ਸ਼ਾਇਦ ਅਨਪੋਪੂਲਰ ਜੱਜ ਹੈ ਜੋ ਮੁਜ਼ੱਫਰਨਗਰ ਦੇ ਕਿੰਗਸਫੋਰਡ ਉਹਨਾਂ ਦਾ ਹੈ। ਇਹ ਇਨਸੀਡੈਂਟ ਵੀ ਤੁਸੀਂ ਚੰਗੀ ਤਰ੍ਹਾਂ ਤਿਆਰ ਕਰਨਾ ਹੈ। ਅਨਪੋਪੂਲਰ ਜੱਜ ਦਾ ਨੇਮ, ਕਿਹੜੇ ਦੋ ਜਣੇ ਇਨਵੋਲਵ ਸੀ, ਕਿਉਂਕਿ ਇਹ ਬਹੁਤ ਵਾਰੀ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ। ਪ੍ਰਫੁੱਲ ਚਾਕੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਖੁਦੀਰਾਮ ਬੋਸ ਨੂੰ ਫਾਂਸੀ ਹੋਈ। ਉਰੋਂ ਹੀ ਰੈਵੋਲੂਸ਼ਨਰੀ ਟੈਰਰਿਜ਼ਮ ਦਾ ਜਿਹੜਾ ਇੱਕ ਐਰਾ ਹੈ, ਟਾਈਮ ਪੀਰੀਅਡ ਹੈ, ਉਹ ਸਟਾਰਟ ਹੋਇਆ, ਸਪੈਸ਼ਲੀ ਯੂਥ ਦਾ। ਫੇਮਸ of these were Anushilan Smriti, whose Dhaka section alone had 500 branches. ਅਲੱਗ-ਅਲੱਗ ਜਗ੍ਹਾ ਤੇ ਸੀਕ੍ਰੇਟ ਸੁਸਾਇਟੀਜ਼ ਬਣਨੀਆਂ ਸ਼ੁਰੂ ਹੋ ਗਈਆਂ। ਸਭ ਤੋਂ ਫੇਮਸ ਸੀ ਇਹਨਾਂ ਵਿੱਚੋਂ ਅਨੁਸ਼ੀਲਨ ਸਮਿਤੀ, ਜਿਹਦਾ ਢਾਕਾ ਸੈਕਸ਼ਨ ਦੇ ਵਿੱਚ 500 ਬ੍ਰਾਂਚੇਸ ਸੀ। ਲੰਡਨ ਦੇ ਵਿੱਚ ਲੀਡ ਕਰ ਰਹੇ ਸੀ ਸ਼ਾਮਾਜੀ ਕ੍ਰਿਸ਼ਨ ਵਰਮਾ, VD ਸਵਰਕਰ, ਨਾਲ ਹੀ ਹਰਦਿਆਲ। ਯੂਰਪ ਦੇ ਵਿੱਚ ਮੈਡਮ ਕਾਮਾ ਤੇ ਅਜੀਤ ਸਿੰਘ ਇਹ ਕੁਝ ਇੰਪੋਰਟੈਂਟ ਪ੍ਰੋਮੀਨੈਂਟ ਲੀਡਰ ਸੀ, ਜਿਹੜੇ ਇਹ ਸਾਰੀਆਂ ਸੀਕ੍ਰੇਟ ਸੁਸਾਇਟੀ ਰੈਵੋਲੂਸ਼ਨਰੀ ਐਕਟੀਵਿਟੀਜ਼ ਨੂੰ ਅਲੱਗ-ਅਲੱਗ ਜਗ੍ਹਾ ਉੱਤੇ ਲੀਡ ਕਰ ਰਹੇ ਸੀ। ਸੋ ਤੁਹਾਨੂੰ ਇਹ ਫੋਰਨ ਵਾਲੇ ਜਿਹੜੇ ਏਰੀਆਜ਼ ਨੇ, ਕਿਹੜੀ ਕੰਟਰੀ ਵਿੱਚ ਕੌਣ ਮੇਨ ਲੀਡ ਕਰ ਰਹੇ ਸੀ, ਇਹ ਵੀ ਪਤਾ ਹੋਣਾ ਚਾਹੀਦਾ ਹੈ। Next we'll talk about Muslim League and growth of communalism. ਸੋ ਹੁਣ ਗੱਲ ਆ ਗਈ ਸੀ ਕਿਤੇ ਨਾ ਕਿਤੇ ਹੌਲੀ-ਹੌਲੀ ਬ੍ਰਿਟਿਸ਼ਰਸ ਨੇ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਲੋਕ ਹੁਣ ਸਾਡੇ ਖਿਲਾਫ ਹੋ ਰਹੇ ਨੇ, ਤਾਂ ਉਹਨਾਂ ਕੋਲ ਇੱਕ ਹੀ ਹਥਿਆਰ ਬਚਿਆ ਸੀ ਕਿ ਲੋਕਾਂ ਨੂੰ ਜਾਤੀ ਦੇ ਬੇਸ ਦੇ ਉੱਤੇ ਆਪਸ ਦੇ ਵਿੱਚ ਵਕ ਕੀਤਾ ਜਾਵੇ, ਲੜਾਇਆ ਜਾਵੇ। ਸੋ ਕਮਿਊਨਲਿਜ਼ਮ ਦੀ ਗਰੋਥ ਹੋਣ ਲੱਗੀ ਸੀ ਕਿਤੇ ਨਾ ਕਿਤੇ। Along with rise of nationalism, communalism too made its appearance. ਸੋ ਇਹ ਲੋਕਾਂ ਦੇ ਲਈ ਜ਼ਿਆਦਾ ਵੱਡਾ ਖਤਰਾ ਸੀ, ਕਿਉਂਕਿ ਦੇਸ਼ ਦੇ ਲੋਕ ਜੇ ਇਕੱਠੇ ਨੇ ਤਾਂ ਹੀ ਉਹ ਬ੍ਰਿਟਿਸ਼ਰਸ ਦੇ ਖਿਲਾਫ, ਬਾਹਰਲੀ ਤਾਕਤ ਦੇ ਖਿਲਾਫ ਪ੍ਰੋਪਰ ਲੜ ਸਕਦੇ ਸੀ। ਸੈਯਦ ਅਹਿਮਦ ਖਾਨ ਤੇ ਹੋਰ ਬਹੁਤ ਸਾਰੇ ਲੀਡਰ ਸੀ ਜਿਨ੍ਹਾਂ ਨੇ ਡਿਮਾਂਡ ਕੀਤੀ ਕਿ ਸਰਕਾਰੀ ਸਰਵਿਸਿਜ਼ ਦੇ ਵਿੱਚ ਮੁਸਲਿਮਸ ਨੂੰ ਅਲੱਗ ਤੋਂ ਟ੍ਰੀਟਮੈਂਟ ਮਿਲਣਾ ਚਾਹੀਦਾ ਹੈ। In his presidential address to National Congress in 1886, Dadabhai Naoroji had given clear assurance that Congress would take up only national question, would not deal with religious social matter। ਪਰ 1886 ਵਿੱਚ ਜਦੋਂ ਦਾਦਾ ਭਾਈ ਨਾਰੋਜੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਪ੍ਰੈਜ਼ਾਈਡ ਕਰ ਰਹੇ ਸੀ, ਤਾਂ ਉਹਨਾਂ ਨੇ ਸਾਫ਼ ਕਹਿਤਾ ਸੀ ਆਪਣੇ ਭਾਸ਼ਣ ਦੇ ਅੰਦਰ ਕਿ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ, ਸਿਰਫ ਔਰ ਸਿਰਫ ਇਹ ਦੇਸ਼ ਦੇ ਨਾਲ ਰਿਲੇਟਡ ਜੋ ਨੈਸ਼ਨਲ ਕੁਐਸਚਨ ਨੇ ਉਹਨਾਂ ਦੀ ਹੀ ਸੁਣਵਾਈ ਕਰੂਗੀ। ਉਰੇ ਆਪਾਂ ਕਿਸੇ ਪੱਖ ਦਾ ਵੀ ਕੋਈ ਰਿਲੀਜੀਅਸ ਸੋਸ਼ਲ ਮੈਟਰ ਨਹੀਂ ਸੁਣਨਾ। 1889 ਦੇ ਵਿੱਚ ਕਾਂਗਰਸ ਨੇ ਇਹੋ ਜਿਹੇ ਪ੍ਰਿੰਸੀਪਲਸ ਅਡਾਪਟ ਕੀਤੇ that it would not take up any proposal which was considered harmful to Muslim by majority Muslim delegate। ਸੋ ਲੇਟਰ ਕੁਝ ਸਾਲਾਂ ਬਾਅਦ, 3 ਸਾਲ ਬਾਅਦ 1889 ਵਿੱਚ ਕਾਂਗਰਸ ਨੇ ਕਿਹਾ ਕਿ ਜੇ ਇਹ ਲੱਗੂਗਾ ਕਿ ਕੋਈ ਵੀ ਇਹੋ ਜਿਹਾ ਪ੍ਰਪੋਜ਼ਲ ਹੈ ਜਿਹੜਾ ਮੁਸਲਿਮਸ ਦੇ ਖਿਲਾਫ ਹੈ, ਉਹਨਾਂ ਦੇ ਲਈ ਹਾਰਮਫੁਲ ਹੈ, ਤੇ ਉਹ ਮੈਜੋਰਿਟੀ ਜ਼ਿਆਦਾਤਰ ਮੁਸਲਿਮ ਡੈਲੀਗੇਟਸ ਨੇ ਜਿਹੜੇ ਕਾਂਗਰਸ ਦੇ, ਉਹ ਮੰਨ ਰਹੇ ਨੇ ਕਿ ਉਹ ਮੁਸਲਿਮਸ ਦੇ ਖਿਲਾਫ ਹੈ, ਤਾਂ ਆਪਾਂ ਉਹਨੂੰ ਨਹੀਂ ਛੇੜਾਂਗੇ। ਉਸ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਐਜੂਕੇਟਡ ਮੁਸਲਿਮ ਸੀ, ਬਿਗ ਨਵਾਬ ਸੀ, ਲੈਂਡਲॉर्ड ਸੀ, ਜਿਹੜੇ ਇਕੱਠੇ ਹੋਏ ਤੇ ਉਹਨਾਂ ਨੇ ਮੁਸਲਿਮਸ ਦੇ ਲਈ ਇੱਕ ਅਲੱਗ ਤੋਂ 1906 ਦੇ ਅੰਦਰ ਆਲ ਇੰਡੀਆ ਮੁਸਲਿਮ ਲੀਗ ਸਟਾਰਟ ਕਰ ਲਈ, ਇਹਨੂੰ ਫਾਊਂਡ ਕੀਤਾ। ਤੇ ਇਹਦੇ ਲੀਡਰ ਸੀ ਆਗਾ ਖਾਨ, ਨਵਾਬ ਆਫ ਢਾਕਾ, ਨਵਾਬ ਮੁਹਸਿਨ ਉਲ ਮੁਲਕ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਜੋ ਇਹ ਬੋਲਡ ਕੀਤੇ ਹੋਏ ਨੇ ਲੀਡਰਸ ਦੇ ਨਾਮ ਪਲੱਸ ਆਰਗੇਨਾਈਜੇਸ਼ਨ, ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਸਟਾਰਟਿੰਗ ਵਿੱਚ ਜਿਹੜੀ ਇਹ ਮੁਸਲਿਮ ਲੀਗ ਹੈ, ਇਹ ਕੰਜ਼ਰਵੇਟਿਵ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਤੌਰ ਤੇ ਤਿਆਰ ਖੜੀ ਹੋਈ। ਨਾਲ ਹੀ ਮੁਸਲਿਮ ਲੀਗ ਨੇ ਇਹ ਵੀ ਕਿਹਾ ਕਿ ਉਹ ਪਾਰਟੀਸ਼ਨ ਸੀ ਜਿਹੜੀ ਬੰਗਾਲ ਦੀ, ਉਹਨੂੰ ਸਪੋਰਟ ਕਰ ਰਹੇ ਨੇ, ਤੇ ਇਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਅਲੱਗ ਤੋਂ ਸਪੈਸ਼ਲ ਸੇਫਗਾਰਡ ਚਾਹੀਦੇ ਨੇ ਮੁਸਲਿਮ ਦੇ ਲਈ ਗਵਰਨਮੈਂਟ ਸਰਵਿਸਿਜ਼ ਦੇ ਅੰਦਰ। ਸੋ ਉਰੋਂ ਹੀ ਇੱਕ ਮੁਸਲਿਮ ਹਿੰਦੂ ਦੀ ਜਿਹੜੀ ਆਪਸ ਦੇ ਵਿੱਚ ਭੇਦਭਾਵ ਵਾਲੀ ਗੱਲ ਸੀ, ਕਮਿਊਨਲਿਜ਼ਮ ਦੀ ਗੱਲ ਸੀ, ਉਹ ਸਟਾਰਟ ਹੋ ਗਈ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਇਹੋ ਜਿਹੇ ਲੀਡਰ ਸੀ ਜਿਨ੍ਹਾਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮਿਲੀਟੈਂਟੀ ਨੈਸ਼ਨਲਿਸਟ ਤੇ ਜਿਹੜੀ ਐਕਟੀਵਿਟੀ ਸੀ ਸਟਾਰਟ ਕੀਤੀਆਂ, ਜਿਵੇਂ ਇੱਕ ਅਰਹਾਰ ਮੂਵਮੈਂਟ ਸੀ ਜਿਹਨੂੰ ਲੀਡ ਕੀਤਾ ਮੌਲਾਨਾ ਮੁਹੰਮਦ ਅਲੀ, ਹਾਕਿਮ ਅਜ਼ਮਲ ਖਾਨ, ਹਸਨ ਇਮਾਮ, ਮੌਲਾਨਾ ਜ਼ਫਰ ਅਲੀ ਖਾਨ ਤੇ ਮਜ਼ਹੂਰ ਉਲ ਹਲਕ ਨੇ। ਨੈਕਸਟ ਹੋਰ ਬਹੁਤ ਸਾਰੇ ਨੈਸ਼ਨਲ ਸੈਂਟੀਮੈਂਟ ਸੀ ਜਿਹੜੇ ਅਲੱਗ-ਅਲੱਗ ਟ੍ਰੈਡੀਸ਼ਨਲ ਮੁਸਲਿਮ ਸਕਾਲਰਸ ਤੇ ਛਿੜ ਰਹੇ ਸੀ, ਉਹਨਾਂ ਦੇ ਬਾਹਰ ਆ ਰਹੇ ਸੀ। ਇਹਨਾਂ ਦੇ ਵਿੱਚੋਂ ਇੱਕ ਸਕੂਲ ਸੀ ਦਿਓਬੰਦ ਸਕੂਲ, ਜੋ ਇਹ ਮੁਸਲਿਮ ਆਈਡੀਆਜ਼ ਨੂੰ ਪ੍ਰੋਪਗੇਟ ਕਰਦੇ ਸੀ। ਤੇ ਇਹਨਾਂ ਦੇ ਵਿੱਚੋਂ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਕਾਲਰ ਦਾ ਨਾਮ ਸਾਹਮਣੇ ਆਉਂਦਾ
ਯੰਗ ਮੌਲਾਨਾ ਅਬੁਲ ਕਲਾਮ ਆਜ਼ਾਦ। ਸੋ ਇਹਨਾਂ ਨੇ ਇੱਕ ਇੰਪੋਰਟੈਂਟ ਨਿਊਜ਼ਪੇਪਰ ਪ੍ਰੋਪਾਗੇਟ ਕੀਤਾ ਜਿਹਦੇ ਵਿੱਚ ਇਹਨਾਂ ਨੇ ਆਪਣੇ ਆਈਡੀਆਜ਼ ਦਿੱਤੇ, ਜਿਹਦਾ ਨਾਮ ਸੀ ਅਲ ਹਿਲਾਲ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਨੇਮ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਲ ਹਿਲਾਲ ਨਿਊਜ਼ਪੇਪਰ ਰਿਲੇਟਡ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਲ, which he brought out in 1912 at the age of 24। ਉਸ ਤੋਂ ਬਾਅਦ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਸੈਸ਼ਨ ਹੋਏ, ਅਲੱਗ-ਅਲੱਗ ਜਗ੍ਹਾ ਤੇ ਇਸਲਾਮ ਤੇ ਨੈਸ਼ਨਲਿਜ਼ਮ ਨੂੰ ਆਪਸ ਦੇ ਵਿੱਚ ਜੋੜ ਕੇ ਲੋਕਾਂ ਨੂੰ ਮੁਸਲਿਮ ਰਿਲੀਜਨ ਦੇ ਬਾਰੇ ਪ੍ਰੀਚ ਕੀਤਾ ਜਾਂਦਾ ਸੀ, ਮੈਸੇਜ ਪਹੁੰਚਾਇਆ ਜਾਂਦਾ ਸੀ। ਸੋ ਮੇਨ ਜਿਹੜੀ ਕਮਿਊਨਿਜ਼ਮ ਦੀ ਗਰੋਥ ਹੈ ਉਹ ਨਾਲ ਜੁੜਦੀ ਹੈ ਮੁਸਲਿਮ ਲੀਗ ਦੀ ਫਾਊਂਡੇਸ਼ਨ ਦੇ, ਮੁਸਲਿਮ ਲੀਗ ਦੀ ਫਾਰਮੇਸ਼ਨ ਦੇ, ਜਿਹਦਾ ਈਅਰ ਹੈ 1906। ਨੈਕਸਟ ਹੈ ਸੂਰਤ ਸਪਲਿਟ 1907 ਦਾ। ਇਹ ਬੇਸਿਕਲੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਇਹ ਇਨਸੀਡੈਂਟ। ਸੋ ਜਦੋਂ ਬੰਗਾਲ ਦੀ ਪਾਰਟੀਸ਼ਨ ਦੀ ਗੱਲ ਹੋਈ ਤਾਂ ਬਹੁਤ ਹੀ ਜ਼ਿਆਦਾ ਰੋਸ਼ ਦੇਖਣ ਨੂੰ ਮਿਲਿਆ ਤੇ ਇਹਦਾ ਅਸਰ ਇੰਡੀਅਨ ਨੈਸ਼ਨਲ ਕਾਂਗਰਸ ਉੱਤੇ ਵੀ ਪਿਆ। ਹੁਣ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਕੀ ਸੀ, ਸਾਰੇ ਆਪਸ ਦੇ ਵਿੱਚ ਇਕੱਠੇ ਹੋ ਗਏ ਸੀ ਪਾਰਟੀਸ਼ਨ ਦੇ ਖਿਲਾਫ ਲੜਨ ਲਈ। ਸੋ ਨੈਸ਼ਨਲ ਕਾਂਗਰਸ ਨੇ ਸਪੋਰਟ ਕੀਤਾ ਸਵਦੇਸ਼ੀ ਨੂੰ, ਬॉयकॉट ਮੂਵਮੈਂਟ ਨੂੰ ਆਫ ਬੰਗਾਲ। ਪਰ ਕੀ ਹੋਇਆ, ਕਾਂਗਰਸ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆ ਗਏ। ਇੱਕ ਸੀ ਮੋਡਰੇਟ ਜਿਹੜੇ ਸ਼ਾਂਤ ਸੁਭਾਅ ਦੇ ਸੀ, ਦੂਜੇ ਸੀ ਮਿਲੀਟੈਂਟ ਨੈਸ਼ਨਲਿਸਟ ਜਿਹਨੂੰ ਆਪਾਂ ਐਕਸਟ੍ਰੀਮਿਸਟ ਵੀ ਕਹਿ ਲੈਂਦੇ ਹਾਂ। ਉਹਨਾਂ ਨੂੰ ਲੱਗਦਾ ਸੀ ਕਿ ਬॉयकॉट ਵਗੈਰਾ ਇਹ ਬਹੁਤ ਹੀ ਜ਼ਿਆਦਾ ਠੰਡੇ ਜਿਹੇ ਤਰੀਕੇ ਨੇ, ਆਪਾਂ ਨੂੰ ਕੁਝ ਸਾਹਮਣੇ ਖੜ ਕੇ ਬ੍ਰਿਟਿਸ਼ਰਸ ਦੇ ਬਿਲਕੁਲ ਫੇਸ ਕਰਕੇ ਉਹਨਾਂ ਨੂੰ ਲੜਨ ਦੀ ਜ਼ਰੂਰਤ ਹੈ। ਸੋ ਦੋ ਗਰੁੱਪਸ ਦੇ ਵਿੱਚ ਟਸਲ ਆ ਗਈ ਸੀ ਪ੍ਰੈਜ਼ੀਡੈਂਟ ਨੂੰ ਲੈ ਕੇ। ਜਿਹੜੇ ਸਵਦੇਸ਼ੀ, ਜਿਹੜੇ ਨਾਰਮਲ ਮੋਡਰੇਟ ਸੀ, ਜਿਹੜੇ ਕਹਿੰਦੇ ਸੀ ਕਿ ਸਵਦੇਸ਼ੀ ਬॉयकॉट ਇਸ ਤਰ੍ਹਾਂ ਦੀ ਆਪਾਂ ਸਿੰਪਲ ਜਿਹੜੀ ਅਪਰੋਚਿਸ ਨੇ ਉਹਨਾਂ ਨੂੰ ਲੈ ਕੇ ਚੱਲੀਏ, ਉਹ ਕਿਸੇ ਹੋਰ ਨੂੰ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਸੀ 1906 ਵਿੱਚ। ਜਿਹੜੇ ਐਕਸਟ੍ਰੀਮਿਸਟ ਸੀ ਉਹ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਸੀ। ਐਂਡ ਤੇ ਕੀ ਹੋਇਆ, ਦਾਦਾ ਭਾਈ ਨਾਰੋਜੀ ਉਹਨਾਂ ਨੂੰ ਸੀਨੀਅਰ ਮੰਨਦੇ ਹੋਏ ਸਾਰੇ ਰਿਸਪੈਕਟ ਕਰਦੇ ਸੀ, ਇੱਕ ਕੰਪਰੋਮਾਈਜ਼ ਦੇ ਨਾਲ ਉਹਨਾਂ ਨੂੰ ਪ੍ਰੈਜ਼ੀਡੈਂਟ ਚੁਣ ਲਿਆ ਗਿਆ। Dadabhai electrified the nationalist rank by openly declaring in his presidential address that the goal of Indian national movement was self-government Swaraj। ਦਾਦਾ ਭਾਈ ਨਾਰੋਜੀ ਨੇ ਆਪਣੇ ਐਡਰੈਸ ਦੇ ਅੰਦਰ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਦੀ ਗੱਦੀ ਸੰਭਾਲੀ ਤਾਂ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਸਿੱਧਾ ਕਿਹਾ ਕਿ ਆਪਣਾ ਗੋਲ ਹੈ ਕਿ ਆਪਾਂ ਆਪਣੀ ਖੁਦ ਦੀ ਸਰਕਾਰ ਬਣਾਈਏ, ਸਵਰਾਜ। ਪਰ ਜਿਹੜੇ ਡਿਫਰੈਂਸ ਸੀਗੇ ਦੋ ਵਿੰਗਸ ਦੇ ਵਿੱਚ, ਮੋਡਰੇਟ ਤੇ ਐਕਸਟ੍ਰੀਮਿਸਟ ਦੇ ਵਿੱਚ, ਉਹ ਹਜੇ ਵੀ ਠੰਡੇ ਨਹੀਂ ਸੀ ਹੋ ਸਕੇ। ਸੋ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਅਲੱਗ ਹੋਣਾ ਪਿਆ, ਸਪਲਿਟ ਹੋ ਗਿਆ। ਇੰਡੀਅਨ ਨੈਸ਼ਨਲ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਗਈ ਸੂਰਤ ਸੈਸ਼ਨ ਦੇ ਵਿੱਚ ਜੋ ਦਸੰਬਰ 1907 ਵਿੱਚ ਹੋਇਆ। Moderate leaders have captured the machinery of Congress, excluded the militant element from it। ਮੇਨ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਉਹਨੂੰ ਮੋਡਰੇਟ ਲੀਡਰਸ ਨੇ ਪੂਰੀ ਤਰ੍ਹਾਂ ਉਹਦੀ ਸਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ, ਮਸ਼ੀਨਰੀ ਸੀ, ਉਹਨੂੰ ਆਪਣੇ ਅੰਦਰ ਕਰ ਲਿਆ। ਜੋ ਵੀ ਮਿਲੀਟੈਂਟ ਲੋਕ ਸੀ, ਜੋ ਐਕਸਟ੍ਰੀਮਿਸਟ ਵਿਚਾਰ ਵਾਲੇ ਸੀ, ਉਹਨਾਂ ਨੂੰ ਅਲੱਗ ਕਰਤਾ। ਪਰ ਲੰਬੇ ਸਮੇਂ ਦੇ ਵਿੱਚ ਜਿਹੜਾ ਸਪਲਿਟ ਸੀ ਉਹ ਪਾਰਟੀ ਦੇ ਲਈ ਜ਼ਿਆਦਾ ਫਾਇਦੇਮੰਦ ਨਹੀਂ ਸਾਬਿਤ ਹੋਇਆ। ਜਿਹੜੀ ਬ੍ਰਿਟਿਸ਼ ਗਵਰਨਮੈਂਟ ਦੀ ਇੱਕ ਚਾਲ ਸੀ ਡਿਵਾਈਡ ਐਂਡ ਰੂਲ ਦੀ, ਉਹ ਕਿਤੇ ਨਾ ਕਿਤੇ ਉਰੋਂ ਸ਼ੁਰੂਆਤ ਉਹਦੀ ਹੋ ਗਈ ਸੀ। ਪਹਿਲਾਂ ਉਹਨਾਂ ਨੇ ਮੁਸਲਿਮ ਲੀਗ ਦੇ ਜ਼ਰੀਏ ਹਿੰਦੂ ਮੁਸਲਿਮਸ ਦੇ ਵਿੱਚ ਜਿਹੜੀ ਦਰਾਰ ਪਵਾਈ, ਫਿਰ ਇਹ ਸੂਰਤ ਸਪਲਿਟ ਹੋ ਗਿਆ, ਇਹਦੇ ਵਿੱਚ ਮੋਡਰੇਟ ਤੇ ਐਕਸਟ੍ਰੀਮਿਸਟ ਇੱਕੋ ਹੀ ਪਾਰਟੀ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਗਏ। ਸੋ ਕਿਤੇ ਨਾ ਕਿਤੇ ਜਿਹੜੀ ਬ੍ਰਿਟਿਸ਼ ਸਰਕਾਰ ਦੀ ਚਾਲ ਸੀ, ਉਹਨਾਂ ਦੀ ਗੇਮ ਸੀ ਡਿਵਾਈਡ ਐਂਡ ਰੂਲ ਦੀ, ਉਹ ਸਹੀ ਪ੍ਰੂਵ ਹੋ ਰਹੀ ਸੀ। ਉਸ ਤੋਂ ਬਾਅਦ 1911 ਵਿੱਚ ਕੀ ਹੋਇਆ, ਸਰਕਾਰ ਨੇ ਇੱਕ ਅਨਾਉਂਸਮੈਂਟ ਕਰਤੀ ਕਿ ਉਹ ਬੰਗਾਲ ਪਾਰਟੀਸ਼ਨ ਨੂੰ ਰੱਦ ਕਰ ਰਹੇ ਨੇ, ਮਤਲਬ ਕਿ ਬੰਗਾਲ ਨੂੰ ਉਹ ਪਾਰਟੀਸ਼ਨ ਨਹੀਂ ਕਰ ਰਹੇ। ਸੋ ਜਦੋਂ ਆਪਾਂ ਗੱਲ ਕਰਦੇ 1911 ਵਿੱਚ ਸਰਕਾਰ ਨੇ ਅਨਾਉਂਸ ਕਰਤਾ ਕਿ ਉਹ ਜਿਹੜੀ ਬੰਗਾਲ ਦੀ ਪਾਰਟੀਸ਼ਨ ਉਹਨੂੰ ਕੈਂਸਲ ਕਰ ਰਹੇ ਨੇ। ਵੈਸਟ ਤੇ ਈਸਟ ਬੰਗਾਲ ਹੈ ਉਹ ਦੁਬਾਰਾ ਤੋਂ ਇਕੱਠਾ ਹੋ ਜਾਊਗਾ ਤੇ ਨਵੇਂ ਦੋ ਪ੍ਰੋਵਿੰਸ ਵੀ ਕ੍ਰੀਏਟ ਹੋ ਜਾਣਗੇ, ਬਿਹਾਰ ਤੇ ਉੜੀਸਾ। ਇਸ ਤੋਂ ਪਹਿਲਾਂ ਕੀ ਹੋਇਆ, ਮੋਰਲੇ ਮਿੰਟੋ ਰਿਫਾਰਮ ਦੇ ਅੰਦਰ ਸਰਕਾਰ ਨੇ ਕੋਸ਼ਿਸ਼ ਕੀਤੀ ਮੋਡਰੇਟ ਨੈਸ਼ਨਲਿਸਟ ਸੀ ਜਿਹੜੇ ਸੰਵਿਧਾਨਿਕ ਤਰੀਕੇ ਨਾਲ ਚੱਲ ਰਹੇ ਸੀ, ਉਹਨਾਂ ਨੂੰ ਕਨਸਟੀਟਿਊਸ਼ਨਲ ਕੰਸੈਸ਼ਨ ਦੇ ਕੇ ਇੱਕ ਐਕਟ ਪਾਸ ਕਰਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਨਾਮ ਦਿੱਤਾ ਗਿਆ ਮੋਰਲੇ ਮਿੰਟੋ ਰਿਫਾਰਮ ਆਫ 1909। ਜਿਹੜਾ ਇਹ ਐਕਟ ਸੀ, ਇਹ ਰਿਫਾਰਮ ਸੀ, ਇਹਦੇ ਵਿੱਚ ਸਰਕਾਰ ਨੇ ਅੰਦਰ ਵਾਲੀ ਜੋ ਐਡਮਿਨਿਸਟ੍ਰੇਸ਼ਨ ਸੀ ਉਹਦੇ ਵਿੱਚ ਕੁਝ ਬਦਲਾਵ ਲਿਆਂਦੇ। ਇੱਕ ਤਾਂ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਇਲੈਕਟਿਡ ਮੈਂਬਰਸ ਦਾ ਜਿਹੜਾ ਨੰਬਰ ਸੀ ਉਹਨੂੰ ਵਧਾਤਾ, ਪ੍ਰੋਵਿੰਸ਼ੀਅਲ ਕਾਉਂਸਲ ਵਿੱਚ ਵੀ ਕੁਝ ਜਿਹੜੀ ਇਲੈਕਟਿਡ ਸੀਟ ਸੀ ਉਹਨਾਂ ਨੂੰ ਰਿਜ਼ਰਵ ਕਰਤਾ ਲੈਂਡਲੋਰਡ ਤੇ ਬ੍ਰਿਟਿਸ਼ ਕੈਪੀਟਲਿਸਟ ਇਨ ਇੰਡੀਆ ਦੇ ਵਿੱਚ। ਸੋ ਕਿਤੇ ਨਾ ਕਿਤੇ ਜਿਹੜੀ ਇਹ ਇੱਕ ਖੁਸ਼ ਕਰਨ ਦੀ ਚਾਲ ਸੀ
ਉਹ ਹੁਣ ਇੰਡੀਅਨਸ ਨੂੰ ਸਮਝ ਆ ਰਹੀ ਸੀ ਕਿ ਪੂਰੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ, ਸਿਰਫ ਸਾਨੂੰ ਉੱਪਰੋਂ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉੱਪਰੋਂ ਸਾਨੂੰ ਅਪੀਸ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅੰਦਰੋਂ ਜਿਹੜਾ ਐਕਟ ਹੈ ਪੂਰੀ ਤਰ੍ਹਾਂ ਲੂਪ ਹੋਲਸ ਦੇ ਨਾਲ ਭਰਿਆ ਹੋਇਆ, ਪੂਰੀ ਤਰ੍ਹਾਂ ਇੰਡੀਅਨਸ ਦੇ ਖਿਲਾਫ ਗੱਲਾਂ ਨੇ ਦੇ ਅੰਦਰ। ਸੋ ਨਾਲ ਹੀ ਮਾਡਲੇ ਮਿੰਟੂ ਰਿਫਾਰਮ ਨੇ ਇੱਕ ਸੈਪਰੇਟ ਇਲੈਕਟੋਰੇਟ ਦਾ ਸਿਸਟਮ ਇੰਟਰੋਡਿਊਸ ਕੀਤਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਮੁਸਲਿਮਸ ਨੇ ਉਹਨਾਂ ਨੂੰ ਸੈਪਰੇਟ ਕਨਸਟੀਚੁਐਂਸੀਜ਼ ਦੇ ਵਿੱਚ ਗਰੁੱਪ ਕੀਤਾ ਜਾਊਗਾ, ਸੋ ਜਿੱਥੇ ਇਕੱਲੇ ਮੁਸਲਿਮਸ ਇਲੈਕਟ ਹੋ ਸਕਦੇ ਨੇ। ਸੋ ਜਿਹੜੀ ਇਹ ਚੀਜ਼ ਹੈ ਇਹਨੇ ਕਮਿਊਨਲਿਜ਼ਮ ਨੂੰ ਹੋਰ ਵਧਾਤਾ, ਜਿਹੜੀ ਹਿੰਦੂ ਮੁਸਲਿਮ ਦੀ ਆਪਸ ਦੇ ਵਿੱਚ ਇੱਕ ਲੜਾਈ ਸੀ ਉਹਨੂੰ ਹੋਰ ਵਧਾਤਾ। ਬ੍ਰਿਟਿਸ਼ਰਸ ਨੇ ਕੀ ਕੀਤਾ, ਜਾਣਬੁੱਝ ਕੇ ਮੁਸਲਿਮਸ ਨੂੰ ਅਲੱਗ ਤੋਂ ਇਹ ਸੈਪਰੇਟ ਕਨਸਟੀਚੁਐਂਸੀਜ਼ ਦਿੱਤੀਆਂ, ਜਿਹਦੇ ਨਾਲ ਜੇ ਹੁਣ ਹਿੰਦੂਜ਼ ਇਹ ਕਹਿਣਗੇ ਕਿ ਅਸੀਂ ਤਾਂ ਇਕੱਠੇ ਰਹਿਣਾ, ਅਸੀਂ ਇਕੱਠੇ ਹੋ ਕੇ ਲੜਨਾ, ਤਾਂ ਉੱਥੇ ਮੁਸਲਿਮਸ ਕਹਿਣਗੇ ਕਿ ਹਿੰਦੂ ਨੂੰ ਪ੍ਰੋਬਲਮ ਕੀ ਹੈ। ਸੋ ਇਸ ਤਰੀਕੇ ਦੇ ਨਾਲ ਇੱਕ ਡਿਵਾਈਡ ਐਂਡ ਰੂਲ ਵਾਲੀ ਜਿਹੜੀ ਪਾਲਿਸੀ ਹੈ ਉਹ ਦੁਬਾਰਾ ਲੈ ਆਏ ਬ੍ਰਿਟਿਸ਼ਰਸ ਇਸ ਐਕਟ ਦੇ ਜ਼ਰੀਏ। System of separate electorate was based on the idea that political and economic interest of Hindus and Muslim were separate। So ਸਾਫ਼ ਬ੍ਰਿਟਿਸ਼ਰਸ ਨੇ ਕੋਸ਼ਿਸ਼ ਕੀਤੀ ਕਿ ਪੋਲੀਟੀਕਲ ਤੇ ਇਕਨੋਮਿਕ ਇੰਟਰਸਟ ਹੈ ਜਿਹੜਾ ਹਿੰਦੂਸ ਤੇ ਮੁਸਲਿਮ ਦਾ ਉਹਨੂੰ ਅਲੱਗ ਰੱਖਿਆ ਜਾਵੇ। ਸੋ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਗਾਇਆ ਹੋਇਆ ਸੀ ਕਿ ਹਿੰਦੂਆਂ ਤੇ ਮੁਸਲਿਮ ਦੇ ਵਿਚਕਾਰ ਇੱਕ ਆਪਾਂ ਦਰਾਰ ਪੈਦਾ ਕਰੀਏ। ਪਰ ਜਿਹੜੇ ਮੋਡਰੇਟ ਨੈਸ਼ਨਲਿਸਟ ਸੀ ਉਹਨਾਂ ਨੂੰ ਸਮਝ ਆ ਗਈ, ਉਹਨਾਂ ਨੇ ਸਪੋਰਟ ਨਹੀਂ ਕੀਤੀ ਇਹਨਾਂ ਰਿਫਾਰਮਸ ਦੀ, ਤੇ ਉਹਨਾਂ ਨੂੰ ਬਹੁਤ ਜਲਦੀ ਪਤਾ ਚੱਲ ਗਿਆ ਕਿ ਸਾਨੂੰ ਇਹ ਰਿਫਾਰਮਸ ਦੇ ਵਿੱਚੋਂ ਕੁਝ ਜ਼ਿਆਦਾ ਮਿਲਣ ਵਾਲਾ ਨਹੀਂ ਹੈ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ, 1911 ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਦੀ ਸੀਟ ਸੀ, ਗੱਦੀ ਸੀ, ਉਹਨੂੰ ਕਲਕੱਤਾ ਤੋਂ ਮੂਵ ਕਰਕੇ ਦਿੱਲੀ ਕਰਤਾ ਸ਼ਿਫਟ। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ, ਬਹੁਤ ਵਾਰੀ ਐਗਜ਼ਾਮ ਵਿੱਚ ਡਾਇਰੈਕਟਲੀ ਈਅਰ ਉੱਤੇ ਕੁਐਸਚਨ ਆਉਂਦਾ। ਸੋ ਈਅਰ ਇਜ਼ 1911। ਨੈਕਸਟ ਇਜ਼ ਹੋਮ ਰੂਲ ਲੀਗ ਮੂਵਮੈਂਟ। ਸੋ ਦੋ ਤਰ੍ਹਾਂ ਦੀਆਂ ਲੀਗ ਸੀ, ਇੱਕ ਤਿਲਕ ਚਲਾ ਰਹੇ ਸੀ, ਇੱਕ ਬੇਸੈਂਟ। ਟੂ ਹੋਮ ਰੂਲ ਲੀਗ ਸਟਾਰਟਡ ਇਨ 1915-16। ਇੱਕ ਸੀਗੀ ਐਨੀ ਬੇਸੈਂਟ ਦੀ ਲੀਡਰਸ਼ਿਪ ਦੇ ਅੰਦਰ, ਦੂਜੀ ਐਸ ਸੁਬਰਾਮਨਿਅਮ ਅਈਅਰ। ਜਿਹੜੀਆਂ ਦੋ ਹੋਮ ਰੂਲ ਲੀਗ ਸੀ ਇਹਨਾਂ ਦਾ ਮੇਨ ਪ੍ਰੋਪੇਗੈਂਡਾ ਸੀ, ਮੇਨ ਏਜੰਡਾ ਸੀ ਕਿ ਇਹ ਹੋਮ ਰੂਲ ਦਾ ਮਤਲਬ ਹੈ ਕਿ ਆਪਣੀ ਖੁਦ ਦੀ ਇੰਡੀਆ ਦੀ ਇੱਕ ਸਰਕਾਰ ਹੋਵੇ, ਸੈਲਫ ਗਵਰਨਮੈਂਟ, ਬਿਨਾਂ ਕਿਸੇ ਬ੍ਰਿਟਿਸ਼ ਇੰਟਰਫੇਰੈਂਸ ਤੋਂ। ਸੋ ਇਹ ਜਿਹੜੀਆਂ ਦੋ ਹੋਮ ਰੂਲ ਲੀਗ ਸੀਗੀਆਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸੇ ਚੀਜ਼ ਨੂੰ ਪ੍ਰਚਾਰ ਕਰ ਰਹੀਆਂ ਸੀ। ਸੋ ਹੋਮ ਰੂਲ ਲੀਗ ਵਾਲੀ ਜਿਹੜੀ ਐਜੀਟੇਸ਼ਨ ਸੀ ਇਹਦੇ ਤੋਂ ਬਾਅਦ ਹੀ ਤਿਲਕ ਨੇ ਇੱਕ ਬਹੁਤ ਹੀ ਪਪੂਲਰ ਸਲੋਗਨ ਦਿੱਤਾ ਸੀ, ਜੋ ਆਪਾਂ ਸਾਰੇ ਬਹੁਤ ਵਾਰੀ ਪੜ੍ਹਦੇ ਆ, ਐਗਜ਼ਾਮ ਵਿੱਚ ਵੀ ਡਾਇਰੈਕਟਲੀ ਇਸੇ ਤਰ੍ਹਾਂ ਪੁੱਛਿਆ ਜਾਂਦਾ ਕਿ ਇਹ ਸਲੋਗਨ ਕਿਹਦਾ ਹੈ। ਸੋ ਇਹ ਤਿਲਕ ਦਾ ਹੈ। ਸੋ ਦਿਸ ਇਜ਼ ਹੋਮ ਰੂਲ ਇਜ਼ ਮਾਈ ਬਰਥ ਰਾਈਟ ਐਂਡ ਆਈ ਵਿਲ ਹੈਵ ਇਟ। ਸੋ ਹੋਮ ਰੂਲ, ਸੈਲਫ ਗਵਰਨਮੈਂਟ ਮੇਰਾ ਜਨਮ ਅਧਿਕਾਰ ਹੈ ਤੇ ਮੈਂ ਇਹਨੂੰ ਲੈ ਕੇ ਰਹੂੰਗਾ, ਇਹ ਤਿਲਕ ਨੇ ਕਿਹਾ ਸੀ। ਸੋ ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਇਵੈਂਟ ਹੈ ਗਦਰ। ਇੰਡੀਅਨ ਰੈਵੋਲੂਸ਼ਨਰੀ ਸੀ ਕੁਝ USA ਕੈਨੇਡਾ ਵਿੱਚ, ਜਿਨ੍ਹਾਂ ਨੇ ਇੱਕ ਪਾਰਟੀ ਤਿਆਰ ਕੀਤੀ ਸੀ ਗਦਰ ਪਾਰਟੀ 1913 ਵਿੱਚ, ਤੇ ਇਹਨੂੰ ਮੇਨ ਲੀਡ ਕਰ ਰਹੇ ਸੀ ਲਾਲਾ ਹਰਦਿਆਰ, ਮੁਹੰਮਦ ਬਰਕਤੁੱਲਾ, ਭਗਵਾਨ ਸਿੰਘ, ਰਾਮਚੰਦਰ, ਸੋਹਨ ਸਿੰਘ ਪਕਨਾ। ਜਿਹੜੀ ਇਹ ਪਾਰਟੀ ਸੀ ਇੱਕ ਵੀਕਲੀ ਪੇਪਰ ਸੀ ਗਦਰ, ਜਿਹਦੇ ਆਧਾਰ ਉੱਤੇ ਤਿਆਰ ਹੋਈ। ਸੋ ਇਸ ਪਾਰਟੀ ਦੇ ਵਿੱਚ ਬੇਸਿਕਲੀ ਇਹ ਲਿਖਿਆ ਜਾਂਦਾ ਸੀ ਕਿ ਸਾਨੂੰ ਬਰੇਵ ਸੋਲਜਰਸ ਦੀ ਲੋੜ ਹੈ, ਅੰਗਰੇਜ਼ੀ ਰਾਜ ਦਾ ਦੁਸ਼ਮਣ। ਸੋ ਇਸ ਤਰ੍ਹਾਂ ਦੇ ਅਲੱਗ-ਅਲੱਗ ਕੈਪਸ਼ਨਸ ਹੁੰਦੇ ਸੀ ਜਿਹੜੇ ਲੋਕਾਂ ਦੇ ਅੰਦਰ ਇੱਕ ਤਰ੍ਹਾਂ ਨਾਲ ਰੈਵੋਲੂਸ਼ਨ ਦੀ ਜਿਹੜੀ ਭਾਵਨਾ ਹੈ ਉਹ ਪੈਦਾ ਕਰਦੇ ਸੀ। ਸੋ ਗਦਰ ਪਾਰਟੀ ਨੇ ਇੱਕ ਸ਼ਪਥ ਲਈ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਨੇ, ਪਰ ਉਹਨਾਂ ਨੇ ਬ੍ਰਿਟਿਸ਼ਰਸ ਨੂੰ ਇੰਡੀਆ ਚੋਂ ਬਾਹਰ ਕੱਢਣਾ ਹੈ। 21 ਫਰਵਰੀ 1915 ਨੂੰ ਇੱਕ ਆਰਮਡ ਰਿਵੋਲਟ ਦੇ ਲਈ ਡੇਟ ਫਿਕਸ ਕਰ ਲਈ ਸੀ ਪੰਜਾਬ ਦੇ ਅੰਦਰ। ਅਨਫੋਰਚੂਨੇਟਲੀ ਜਿਹੜੀ ਅਥਾਰਟੀ ਸੀ ਉਹਨਾਂ ਨੂੰ ਇਸ ਪਲਾਨ ਦੇ ਬਾਰੇ ਪਤਾ ਚੱਲ ਗਿਆ ਸੀ, ਤਾਂ ਉਹਨਾਂ ਨੇ ਇਹ ਜਿਹੜੇ ਐਕਸ਼ਨ ਸੀ ਇਹਨੂੰ ਦਬਾਤਾ। ਸੋ ਸਮ ਆਫ ਦ ਪ੍ਰੋਮੀਨੈਂਟ ਗਦਰ ਲੀਡਰਸ ਵਰ ਬਾਬਾ ਗੁਰਮੁਖ ਸਿੰਘ, ਕਰਤਾਰ ਸਿੰਘ ਸਰਾਭਾ, ਸੋਹਨ ਸਿੰਘ ਪਕਨਾ, ਰਹਿਮਤ ਅਲੀ ਸ਼ਾਹ, ਭਾਈ ਪਰਮਾਨੰਦ, ਮੁਹੰਮਦ ਬਰਕਤੁੱਲਾ। 1915 ਵਿੱਚ ਜਦੋਂ ਅਨਸਕਸੈਸਫੁਲ ਰਿਹਾ ਇਹ ਰੈਵੋਲੂਸ਼ਨਰੀ ਅਟੈਂਪਟ, ਤਾਂ ਇਹਦੇ ਵਿੱਚ ਕੀ ਹੋਇਆ, ਜੋ ਜਤਿਨ ਮੁਖਰਜੀ ਸੀ, ਜਿਹਨੂੰ ਪੋਪੂਲਰਲੀ ਬਾਗਾ ਜਤਿਨ ਵੀ ਕਿਹਾ ਜਾਂਦਾ ਸੀ, ਉਹਨਾਂ ਨੇ ਇਸ ਬੈਟਲ ਨੂੰ ਲੜਦੇ ਆਪਣੀ ਜਾਨ ਨੂੰ ਗਵਾਇਆ ਵਿਦ ਦ ਪੁਲਿਸ ਐਟ ਬਲਾਸੌਰ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ, ਬਹੁਤ ਵਾਰੀ ਡਾਇਰੈਕਟਲੀ ਐਗਜ਼ਾਮ ਵਿੱਚ ਇਹ ਕੁਐਸਚਨ ਆਇਆ ਹੈ। ਸੋ ਤੁਸੀਂ ਯਾਦ ਰੱਖਣਾ ਹੈ ਜਤਿਨ ਮੁਖਰਜੀ, ਜਿਹਨੂੰ ਕਿਹਾ ਜਾਂਦਾ ਹੈ ਬਾਗਾ ਜਤਿਨ। ਸੋ ਜਦੋਂ ਇਹ ਸਾਰੀ ਰੈਵੋਲੂਸ਼ਨ ਚੱਲ ਰਹੀ ਸੀ ਗਦਰ ਵਾਲੀ, ਉਦੋਂ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ। ਨੈਕਸਟ ਹੈ ਲਖਨਊ ਸੈਸ਼ਨ ਆਫ INC 1916।
ਦੇਸ਼ ਦੇ ਅੰਦਰ ਜਿਹੜੀ ਨੈਸ਼ਨਲਿਸਟ ਦੀ ਭਾਵਨਾ ਸੀ ਉਹ ਪੂਰੀ ਤਰ੍ਹਾਂ ਸਿਖਰ ਤੇ ਪਹੁੰਚ ਚੁੱਕੀ ਸੀ, ਗਰੋ ਕਰ ਗਈ ਸੀ। ਹਰ ਕਿਸੇ ਦੇ ਮਨ ਦੇ ਅੰਦਰ ਇੱਕ ਹੀ ਚੀਜ਼ ਸੀ ਕਿ ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣਾ ਹੈ, ਉਹਨਾਂ ਤੋਂ ਆਜ਼ਾਦੀ ਲੈਣੀ ਹੈ। ਸੋ ਇੱਕ ਅਰਜ ਸੀ, ਕੋਸ਼ਿਸ਼ ਸੀ ਨੈਸ਼ਨਲ ਯੂਨਿਟੀ ਦੀ। So produced two historic development at Lucknow session of INC in 1960। 1916 ਵਿੱਚ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਲਖਨਊ ਸੈਸ਼ਨ ਹੋਇਆ ਸੀ, ਉਰੇ ਦੋ ਮੇਨ ਚੀਜ਼ਾਂ ਹੋਈਆਂ, ਦੋ ਹਿਸਟੋਰਿਕ ਡਿਵੈਲਪਮੈਂਟ ਹੋਈ। ਪਹਿਲੀ ਚੀਜ਼ ਜਿਹੜੀ ਸੂਰਤ ਸਪਲਿਟ 1907 ਵਿੱਚ ਜਦੋਂ ਸੂਰਤ ਸਪਲਿਟ ਹੋਇਆ, ਉਦੋਂ ਜਦੋਂ ਕਾਂਗਰਸ ਦੇ ਦੋ ਹਿੱਸੇ ਹੋ ਗਏ ਸੀ, ਹੁਣ ਉਹ ਦੋਨੋਂ ਹਿੱਸੇ ਆਪਸ ਦੇ ਵਿੱਚ ਜੁੜ ਗਏ ਸੀ 1916 ਦੇ ਅੰਦਰ। So firstly, two wings of Congress were reunited. The old controversies had lost their meaning. Split in the Congress had led to political inactivity. Lucknow Congress was the first united Congress since 1907. ਦੂਜੀ ਚੀਜ਼, ਲਖਨਊ ਦੇ ਵਿੱਚ ਹੀ ਕਾਂਗਰਸ ਤੇ ਆਲ ਇੰਡੀਆ ਮੁਸਲਿਮ ਲੀਗ, ਜਿੱਥੇ ਹਿੰਦੂਸ ਤੇ ਮੁਸਲਿਮਸ ਦੀ ਆਪਸ ਦੇ ਵਿੱਚ ਇੱਕ ਭੇਦਭਾਵ ਆਏ ਸੀ, ਉਹਨਾਂ ਨੇ ਵੀ ਆਪਣੇ ਸਾਰੇ ਦੇ ਸਾਰੇ ਪੁਰਾਣੇ ਡਿਫਰੈਂਸਿਸ ਨੂੰ ਪਿੱਛੇ ਛੱਡਤਾ ਤੇ ਉਹ ਵੀ ਇਕੱਠੇ ਹੋ ਗਏ। ਯੂਨਿਟੀ ਬਿਟਵੀਨ ਕਾਂਗਰਸ ਲੀਗ ਵਾਸ ਬ੍ਰੌਟ ਅਬਾਊਟ ਬਾਈ ਸਾਈਨਿੰਗ। ਸੋ ਇਹ ਏਕਤਾ ਦੇ ਲਈ ਮੁਸਲਿਮ ਲੀਗ ਤੇ ਕਾਂਗਰਸ ਦੀ ਜਿਹੜੀ ਯੂਨਿਟੀ ਦੁਬਾਰਾ ਤੋਂ ਏਕਤਾ ਹੋਈ, ਉਹਦੇ ਲਈ ਇੱਕ ਐਕਟ ਸਾਈਨ ਕਰਵਾਇਆ ਗਿਆ ਜਿਹਦਾ ਨਾਮ ਰੱਖਿਆ ਗਿਆ ਲਖਨਊ ਪੈਕਟ। ਸੋ ਦਿਸ ਇਜ਼ ਅਗੇਨ ਵੈਰੀ ਵੈਰੀ ਇੰਪੋਰਟੈਂਟ। ਲਖਨਊ ਪੈਕਟ ਹੀ ਮਾਰਕ ਕਰਦਾ ਇੱਕ ਇੰਪੋਰਟੈਂਟ ਕਦਮ, step forward in Hindu-Muslim unity। So you have to remember Lucknow Pact जो हिंदू मुस्लिम यूनिटी ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ important ਯੋਗਦਾਨ ਹੈ। Government now decided to appease nationalist opinion and announced on 20th August 1917 that its policy in India was gradual development of self-governing institution with a view to progressive realization of responsible government of India as an integral part of British Empire। ਸੋ ਸਰਕਾਰ ਨੇ 1917 20 ਅਗਸਤ ਨੂੰ ਇੱਕ ਇੰਪੋਰਟੈਂਟ ਸਟੇਟਮੈਂਟ ਦਿੱਤੀ, ਜਿਹਦੇ ਵਿੱਚ ਇਹ ਲਿਖਿਆ ਕਿ ਸਾਡੀ ਮਨਸ਼ਾ ਇਹ ਹੈ ਕਿ ਇੰਡੀਆ ਨੂੰ ਇੰਡੀਅਨਸ ਹੀ ਚਲਾਉਣ, ਪਰ ਬ੍ਰਿਟਿਸ਼ ਇੰਪਾਇਰ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਗਏ। ਜੁਲਾਈ 1918 ਦੇ ਵਿੱਚ ਮੌਂਟੇਗ ਚੈਮਸਫੋਰਡ ਰਿਫਾਰਮ ਅਨਾਉਂਸ ਕੀਤੀਆਂ ਗਈਆਂ, ਪਰ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਹੈ, ਇੰਡੀਆ ਦੇ ਲੋਕ ਹੈ, ਉਹ ਇਹਦੇ ਤੋਂ ਵੀ ਜ਼ਿਆਦਾ ਖੁਸ਼ ਨਹੀਂ ਹੋਏ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਮੌਂਟੇਗ ਚੈਮਸਫੋਰਡ ਰਿਫਾਰਮ ਕੀ ਕਹਿ ਰਹੀਆਂ ਨੇ। 1918 ਵਿੱਚ ਮੌਂਟੇਗ ਜੋ ਸੈਕਟਰੀ ਸੀ ਸਟੇਟ ਦੇ, ਚੈਮਸਫੋਰਡ ਜੋ ਉਸ ਸਮੇਂ ਦੇ ਵਾਇਸਰਾਏ ਸੀ, ਉਹਨਾਂ ਨੇ ਇੱਕ ਸੰਵਿਧਾਨਿਕ ਰਿਫਾਰਮ ਚੇਂਜਸ ਲੈ ਕੇ ਆਉਣ ਦੇ ਲਈ ਇੱਕ ਸਕੀਮ ਸਾਹਮਣੇ ਰੱਖੀ, ਜਿਹਦੇ ਲਈ ਉਹਨਾਂ ਨੇ ਇੱਕ ਐਕਟ ਤਿਆਰ ਕੀਤਾ 1919 ਦਾ ਗਵਰਨਮੈਂਟ ਆਫ ਇੰਡੀਆ ਐਕਟ। ਸੋ ਮੇਨ ਪ੍ਰੋਵੀਜ਼ਨਸ ਕੀ ਸੀ? ਸਭ ਤੋਂ ਪਹਿਲਾਂ ਤਾਂ ਜਿਹੜੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਸੀ ਉਹਨੂੰ ਵਧਾਤਾ, ਜ਼ਿਆਦਾਤਰ ਮੈਂਬਰ ਇਲੈਕਟਿਡ ਰੱਖੇ ਗਏ। ਦੈਨ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਜ਼ਿਆਦਾ ਪਾਵਰ ਦਿੱਤੀਆਂ, ਸਿਸਟਮ ਆਫ ਡਾਇਆਰਕੀ ਤਿਆਰ ਕਰਤੀ। ਡਾਇਆਰਕੀ ਦਾ ਮਤਲਬ ਹੈ ਡੂਅਲ ਗਵਰਨਮੈਂਟ। ਸੋ ਅੰਡਰ ਡਾਇਆਰਕੀ ਦੋ ਤਰ੍ਹਾਂ ਦੇ ਸਬਜੈਕਟ ਸੀ, ਇੱਕ ਸੀ ਰਿਜ਼ਰਵਡ ਸਬਜੈਕਟ ਜਿਨ੍ਹਾਂ ਦਾ ਡਾਇਰੈਕਟ ਕੰਟਰੋਲ ਉਹ ਸਾਰੇ ਏਰੀਆਜ਼ ਜਿਹੜੇ ਜ਼ਿਆਦਾ ਇੰਪੋਰਟੈਂਸ ਦੇ ਸੀ, ਜਿਵੇਂ ਫਾਈਨੈਂਸ ਹੋ ਗਿਆ, ਪੈਸਾ, ਲਾਅ ਐਂਡ ਆਰਡਰ। ਸੋ ਇਹ ਸਾਰੇ ਜਿਹੜੇ ਸਬਜੈਕਟ ਸੀ, ਇਹ ਸਾਰੇ ਕੰਮ ਸੀ, ਇਹ ਡਾਇਰੈਕਟਲੀ ਗਵਰਨਰ ਦੇ ਅੰਡਰ ਰਹਿਣਗੇ। ਬਾਕੀ ਜਿਵੇਂ ਪੜ੍ਹਾਈ ਹੋ ਗਈ, ਹੈਲਥ ਸਿਸਟਮ ਹੋ ਗਿਆ, ਲੋਕਲ ਸੈਲਫ ਗਵਰਨਮੈਂਟ ਹੋ ਗਈਆਂ, ਇਹ ਸਾਰੀਆਂ ਟਰਾਂਸਫਰਡ ਸਬਜੈਕਟ ਦੇ ਅੰਦਰ ਰੱਖੀਆਂ ਗਈਆਂ। ਸੋ ਟਰਾਂਸਫਰਡ ਸਬਜੈਕਟ ਨੂੰ ਕੰਟਰੋਲ ਕਰਨਗੇ ਉਹ ਮਿਨਿਸਟਰ ਜੋ ਲੈਜਿਸਲੇਚਰ ਨੂੰ ਰਿਸਪੌਂਸਿਬਲ ਹੋਣਗੇ। ਸੋ ਦੋ ਤਰ੍ਹਾਂ ਦੀ ਸਰਕਾਰ ਬਣਾਈ। ਗਵਰਨਰ ਰਿਟੇਨਡ ਕੰਪਲੀਟ ਕੰਟਰੋਲ ਓਵਰ ਫਾਈਨੈਂਸ। ਪੈਸਾ, ਫਾਈਨੈਂਸ, ਇਹ ਚੀਜ਼ਾਂ ਦੇ ਉੱਤੇ ਪੂਰਾ ਦਾ ਪੂਰਾ ਕੰਟਰੋਲ ਗਵਰਨਰ ਦਾ ਰਹੂਗਾ। ਬਾਕੀ ਜੇ ਗਵਰਨਰ ਚਾਹੇ ਤਾਂ ਹੋਰ ਜੋ ਵੀ ਮਿਨਿਸਟਰ ਦੇ ਇੰਪੋਰਟੈਂਟ ਸਬਜੈਕਟਸ ਨੇ, ਇੰਪੋਰਟੈਂਟ ਕੰਮ ਨੇ, ਉਹਨਾਂ ਨੂੰ ਓਵਰਰੂਲ ਕਰ ਸਕਦਾ ਹੈ। ਉਸ ਤੋਂ ਬਾਅਦ ਸੈਂਟਰ ਦੇ ਉੱਤੇ ਦੋ ਹਾਊਸ ਹੋਣਗੇ ਲੈਜਿਸਲੇਚਰ ਦੇ, ਇੱਕ ਲੋਅਰ ਹਾਊਸ, ਇੱਕ ਅਪਰ ਹਾਊਸ। ਲੋਅਰ ਹਾਊਸ ਲੈਜਿਸਲੇਟਿਵ ਅਸੈਂਬਲੀ, ਅਪਰ ਹਾਊਸ ਕਾਉਂਸਲ ਆਫ ਸਟੇਟ। ਜਿਹੜਾ ਲੋਅਰ ਹਾਊਸ ਹੈ ਉਹਦੇ ਵਿੱਚ 41 ਨੋਮੀਨੇਟਡ ਮੈਂਬਰ ਹੋਣਗੇ, ਟੋਟਲ 144 ਤੋਂ, ਤੇ ਜਿਹੜਾ ਅਪਰ ਹਾਊਸ ਹੈ ਉਹਦੇ ਵਿੱਚ 26 ਨੋਮੀਨੇਟਡ ਕੁੱਲ ਹੋਣਗੇ, ਬਾਕੀ 34 ਇਲੈਕਟਡ ਮੈਂਬਰ। ਸੋ ਟੋਟਲ ਹੋ ਗਏ 60 ਮੈਂਬਰ। ਸੋ ਇਹ ਸੀ ਜਿਹੜਾ ਇੱਕ ਸੈਟਅਪ, ਪਰ ਲੋਕ ਹਜੇ ਵੀ ਖੁਸ਼ ਨਹੀਂ ਸੀ। ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿ ਇਹ ਸਾਨੂੰ ਇੱਕ ਤਰ੍ਹਾਂ ਨਾਲ ਸਾਡਾ ਮੇਨ ਮੁੱਦਾ ਹੈ ਜਿਹੜਾ ਆਜ਼ਾਦੀ ਵਾਲਾ, ਪੂਰੀ ਤਰ੍ਹਾਂ ਸਵਰਾਜ ਵਾਲਾ, ਸੈਲਫ ਗਵਰਨਮੈਂਟ ਵਾਲਾ, ਉਹਦੇ ਤੋਂ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਤੋਂ ਬਾਅਦ ਇੱਕ ਹੋਰ ਐਕਟ ਆ ਗਿਆ, ਰੌਲਟ ਐਕਟ, ਮਾਰਚ 1919 ਵਿੱਚ। ਸੋ ਬ੍ਰਿਟਿਸ਼ ਗਵਰਨਮੈਂਟ ਨੇ ਪਾਸ ਕੀਤਾ ਰੌਲਟ ਐਕਟ, even though every single Indian member of Central Legislative Council opposed it।
ਜਿੰਨੇ ਵੀ ਇੰਡੀਅਨ ਮੈਂਬਰ ਸੀ ਸੈਂਟਰਲ ਲੈਜਿਸਲੇਟਿਵ ਕਾਉਂਸਿਲ ਦੇ, ਹਰ ਇੱਕ ਸਿੰਗਲ ਮੈਂਬਰ ਨੇ ਇਸ ਐਕਟ ਨੂੰ ਅਪੋਜ਼ ਕੀਤਾ, ਇਹਦੇ ਖਿਲਾਫ ਆਪਣੀ ਵੋਟ ਦਿੱਤੀ। ਫਿਰ ਵੀ ਬ੍ਰਿਟਿਸ਼ ਸਰਕਾਰ ਨੇ ਧੱਕੇ ਨਾਲ ਇਸ ਐਕਟ ਨੂੰ ਪਾਸ ਕਰਤਾ। ਜਦੋਂ ਐਕਟ ਪਾਸ ਕੀਤਾ ਤਾਂ ਤਿੰਨ ਇੰਪੋਰਟੈਂਟ ਮੈਂਬਰ ਸੀ ਲੈਜਿਸਲੇਟਿਵ ਕਾਉਂਸਿਲ ਦੇ, ਇੰਡੀਅਨ ਮੈਂਬਰ, ਜਿਨ੍ਹਾਂ ਨੇ ਰੈਜ਼ਿਗਨੇਸ਼ਨ ਵੀ ਦੇਤੀ, ਆਪਣੀ ਮੈਂਬਰਸ਼ਿਪ ਵੀ ਛੱਡਤੀ। ਮੁਹੰਮਦ ਅਲੀ ਜਿਨਾਹ, ਮਦਨ ਮੋਹਨ ਮਾਲਵੀਆ, ਮਜ਼ਹਾਰ ਉਲ ਹਕ। ਜਿਹੜਾ ਇਹ ਐਕਟ ਸੀ, ਇਹ ਬ੍ਰਿਟਿਸ਼ ਸਰਕਾਰ ਨੂੰ ਇੱਕ ਪਰਮਿਸ਼ਨ ਦਿੰਦਾ ਸੀ, ਅਥਾਰਟੀ ਦਿੰਦਾ ਸੀ ਕਿ ਉਹ ਕਿਸੇ ਵੀ ਪਰਸਨ ਨੂੰ ਬਿਨਾਂ ਕਿਸੇ ਟਰਾਇਲ ਤੋਂ, ਬਿਨਾਂ ਕੋਈ ਸਜ਼ਾ ਦੱਸੇ ਸੁਣਾਏ, ਬਿਨਾਂ ਕੋਈ ਟਰਾਇਲ ਕੀਤੇ ਉਹਨੂੰ ਕਨਵਿਕਟ ਕਰ ਸਕਦੇ ਨੇ, ਉਹਨੂੰ ਜੇਲ੍ਹ ਵਿੱਚ ਪਾ ਸਕਦੇ ਨੇ। ਸੋ ਇਹ ਬਹੁਤ ਹੀ ਜ਼ਿਆਦਾ ਰਿਗਰਸ ਨੇਚਰ ਦਾ, ਇੱਕ ਖਰਾਬ ਨੇਚਰ ਦਾ ਐਕਟ ਸੀ, ਬਿਲਕੁਲ ਹੀ ਲੋਕਾਂ ਦੇ ਨਾਲ ਇਨਜਸਟਿਸ ਕਰਨ ਵਾਲਾ। ਐਕਟ ਇਹ ਵੀ ਕਹਿ ਰਿਹਾ ਸੀ ਕਿ ਜਿਹੜੀ ਸਰਕਾਰ ਹੈ ਉਹ ਹੇਬੀਅਸ ਕਾਰਪਸ ਦਾ ਜਿਹੜਾ ਰਾਈਟ ਹੈ, ਅਧਿਕਾਰ ਹੈ, ਇੱਕ ਫੰਡਾਮੈਂਟਲ ਰਾਈਟ ਹੈ, ਉਹਨੂੰ ਵੀ ਲੈ ਸਕਦਾ ਲੋਕਾਂ ਤੋਂ। ਸੋ ਉਹਨੂੰ ਵੀ ਇਹ ਸਸਪੈਂਡ ਕਰ ਸਕਦੇ ਆ। ਰੌਲੇਟ ਐਕਟ ਇੱਕੋ ਤਰ੍ਹਾਂ ਸਡਨ ਬਲੋ ਦੀ ਤਰ੍ਹਾਂ ਆਇਆ, ਲੋਕਾਂ ਨੂੰ ਇੱਕੋ ਤਰ੍ਹਾਂ ਝਟਕਾ ਲੱਗਿਆ। To the people of India promised extension of democracy during war, government step appeared to be a cruel joke. So ਜਦੋਂ ਪਹਿਲੀ ਵਰਲਡ ਵਾਰ ਹੋਈ, ਉਸ ਸਮੇਂ ਜਦੋਂ ਬ੍ਰਿਟਿਸ਼ਰਸ ਨੇ ਇੰਡੀਅਨਸ ਦੀ ਹੈਲਪ ਲਈ, ਤਾਂ ਉਦੋਂ ਇਹ ਆਸ਼ਵਾਸਨ ਦਿੱਤਾ ਸੀ ਕਿ ਇੰਡੀਅਨਸ ਨੂੰ ਇੱਕ ਉਹਨਾਂ ਦੀ ਖੁਦ ਦੀ ਸਰਕਾਰ ਅਸੀਂ ਦਵਾਂਗੇ, ਡੈਮੋਕ੍ਰੇਸੀ ਵਾਲੀ ਸਰਕਾਰ ਹੋ। ਪਰ ਇਸ ਤਰ੍ਹਾਂ ਦਾ ਧੱਕੇਸ਼ਾਹੀ ਵਾਲਾ ਜਿਹੜਾ ਐਕਟ ਹੈ, ਜਦੋਂ ਉਹ ਪਾਸ ਕੀਤਾ ਗਿਆ ਤਾਂ ਇੰਡੀਅਨਸ ਨੂੰ ਪਤਾ ਲੱਗ ਗਿਆ ਸੀ ਕਿ ਬ੍ਰਿਟਿਸ਼ਰਸ ਸਾਡੇ ਨਾਲ ਮਜ਼ਾਕ ਕਰ ਰਹੇ ਨੇ, ਬਹੁਤ ਹੀ ਗੰਦਾ ਮਜ਼ਾਕ ਹੈ, ਕਰੂਅਲ ਜੋਕ ਹੈ। ਸੋ ਉਹਨਾਂ ਨੂੰ ਬੇਇੱਜ਼ਤੀ ਲੱਗੀ, ਪੂਰੀ ਤਰ੍ਹਾਂ ਉਹ ਰੋਸ਼ ਦੇ ਨਾਲ ਭਰ ਗਏ, ਐਂਗਰ ਦੇ ਨਾਲ ਭਰ ਗਏ। ਸੋ ਇਸੇ ਐਜੀਟੇਸ਼ਨ ਦੇ ਵਿੱਚ ਐਂਟਰੀ ਹੋਈ ਮੋਹਨਦਾਸ ਕਰਮਚੰਦ ਗਾਂਧੀ ਜੀ ਦੀ, ਜਿਨ੍ਹਾਂ ਨੇ ਮੇਨ ਕਮਾਂਡ ਸੰਭਾਲੀ ਇਸ ਤੋਂ ਬਾਅਦ ਨੈਸ਼ਨਲਿਸਟ ਮੂਵਮੈਂਟ ਦੀ, ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ। ਤੇ ਰੌਲੇਟ ਐਕਟ ਦੇ ਅਗੇਂਸਟ ਲੜਾਈ ਲੜਨ ਦੇ ਲਈ ਗਾਂਧੀ ਜੀ ਨੇ ਸੱਤਿਆਗ੍ਰਹਿ ਦੀ ਪਲਾਨਿੰਗ ਕੀਤੀ। In 1990, a Satyagraha Sabha was formed and 6 April was date fixed to launch Satyagraha. So ਉਰੋਂ ਹੁਣ ਆਪਾਂ next lecture ਦੇ ਅੰਦਰ ਪੜਾਂਗੇ Gandhian era ਬਾਰੇ। So this was all about our today's important lecture. I hope you liked the video. Keep supporting Victor's Knowledge. Thank you and good luck.